ਮਰਦਾਂ ਦਾ ਬਣਾਇਆ ਵੱਡਾ ਜੇਰਾ ਤੂੰ, ਕਿਉਂ ਔਰਤ ਦਾ ਦਿਲ ਨਾਜ਼ੁਕ ਬਣਾਇਆ ਹੈ। ਮਾਂ ਹੋਵਾਂ ਜਾਂ ਭੈਣ ਜਾਂ ਹੋਵਾਂ ਮੈਂ ਪਤਨੀ, ਤੇਰਾ ਦਿੱਤਾ ਰੁਤਬਾ ਹਰ ਥਾਂ ਪਾਇਆ ਹੈ। ਉੱਚਾ ਸੁੱਚਾ ਰੱਖੀ ਤੂੰ ਕਿਰਦਾਰ ਮੇਰਾ, ਮੇਰੀ ਜ਼ਿੰਦਗੀ ਦਾ ਇਹੀਓ ਸਰਮਾਇਆ ਹੈ। ਹੈਲੋ, ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। FIR ਮੀਡੀਆ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਪ੍ਰਵਾਨੀ ਅਨੇਜਾ ਵੱਲੋਂ ਇੱਕ ਪਿਆਰ ਭਰੀ ਜੀ ਆਇਆਂ ਨੂੰ। ਅੱਜ ਮੇਰੇ ਨਾਲ ਵਰਕੇ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੋ ਸ਼ਖਸੀਅਤ ਮੌਜੂਦ ਨੇ ਉਹ ਨੇ ਬਾਲ ਅਧਿਕਾਰ ਕਮਿਸ਼ਨ ਦੀ ਚੰਡੀਗੜ੍ਹ ਦੀ ਚੇਅਰਪਰਸਨ, SGPC ਦੀ ਮੈਂਬਰ, ਚੰਡੀਗੜ੍ਹ ਦੀ ਫਾਰਮਰ ਮੇਅਰ ਤੇ ਇੱਕ ਬਹੁਤ ਹੀ ਖੂਬਸੂਰਤ ਮਹਿਲਾ, ਇੱਕ ਬਹੁਤ ਹੀ ਖੂਬਸੂਰਤ ਔਰਤ ਜਿਨ੍ਹਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਦੇ ਲਈ, ਬਾਕੀ ਔਰਤਾਂ ਦੇ ਲਈ ਇੱਕ ਮਿਸਾਲ ਬਣ ਕੇ ਉੱਭਰ ਕੇ ਸਾਹਮਣੇ ਆਏ ਨੇ। ਮੇਰੇ ਨਾਲ ਨੇ ਅੱਜ ਬੀਬੀ ਹਰਜਿੰਦਰ ਕੌਰ ਜੀ। ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਇੱਕ ਔਰਤ ਦੇ ਕਈ ਕਿਰਦਾਰ ਹੁੰਦੇ ਹਨ। ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਉਹ ਕਈ ਕਿਰਦਾਰ ਨਿਭਾਉਂਦੀ ਹੈ, ਪਰ ਸਭ ਤੋਂ ਖਾਸ ਕਿਰਦਾਰ ਹੁੰਦਾ ਹੈ ਇੱਕ ਧੀ ਤੋਂ ਮਾਂ ਬਣਨ ਦਾ ਕਿਰਦਾਰ। ਧੀ ਦੇ ਕਿਰਦਾਰ ਵਿੱਚ ਇੱਕ ਔਰਤ ਬਣਨ ਦੀ ਖਾਸੀਅਤ ਸਿੱਖਦੀ ਹੈ, ਗੁਣ ਸਿੱਖਦੀ ਹੈ ਅਤੇ ਮਾਂ ਦੇ ਕਿਰਦਾਰ ਵਿੱਚ ਉਹ ਅਸਲ ਔਰਤ ਬਣਦੀ ਹੈ। ਤਾਂ ਹੀ ਕਹਿੰਦੇ ਹਨ ਕਿ ਔਰਤ ਜਦੋਂ ਮਾਂ ਬਣਦੀ ਹੈ ਤਾਂ ਉਸ ਦਾ ਦੂਜਾ ਜਨਮ ਹੁੰਦਾ ਹੈ। ਤੇ ਅੱਜ ਇਸ ਖਾਸ ਪ੍ਰੋਗਰਾਮ ਵਿੱਚ ਜਿਸ ਔਰਤ ਦੇ ਵਰਕੇ ਅਸੀਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਜਾਂ ਜਿਸ ਕਿਰਦਾਰ ਨਾਲ ਤੁਹਾਨੂੰ ਮਿਲਾਵਾਂਗੇ, ਉਹ ਇੱਕ ਸੰਪੂਰਨ ਔਰਤ ਦਾ ਰੂਪ ਹੈ। ਇੱਕ ਇਹੋ ਜਿਹਾ ਕਿਰਦਾਰ ਹੈ ਜਿਸ ਨੇ ਆਪਣੇ ਸਾਰੇ ਕਿਰਦਾਰਾਂ ਨੂੰ ਬਖੂਬੀ ਨਿਭਾਇਆ ਹੈ, ਭਾਵੇਂ ਉਹ ਘਰ ਵਿੱਚ ਹੋਵੇ ਜਾਂ ਫੀਲਡ ਦੇ ਵਿੱਚ। ਅਸੀਂ ਗੱਲ ਕਰ ਰਹੇ ਹਾਂ ਬੀਬੀ ਹਰਜਿੰਦਰ ਕੌਰ ਜੀ ਦੀ। ਜੀ ਹਾਂ, ਬੀਬੀ ਹਰਜਿੰਦਰ ਕੌਰ, ਜਿਨ੍ਹਾਂ ਨੂੰ 2 ਵਾਰੀ ਚੰਡੀਗੜ੍ਹ ਦੇ ਮੇਅਰ ਹੋਣ ਦਾ ਮਾਣ ਵੀ ਹਾਸਲ ਹੈ। ਇਸ ਦੇ ਨਾਲ ਹੀ ਪੰਜਾਬ ਆਰਟਸ ਕੌਂਸਲ ਦੇ ਚੇਅਰਪਰਸਨ ਵਜੋਂ ਵੀ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਅਤੇ ਹੁਣ ਬਾਲ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੇ ਚੇਅਰਪਰਸਨ ਵਜੋਂ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇੱਕ ਧੀ ਤੋਂ ਇੱਕ ਪਤਨੀ, ਇੱਕ ਪਤਨੀ ਤੋਂ ਇੱਕ ਮਾਂ ਤੇ ਇੱਕ ਮਾਂ ਤੋਂ ਚੇਅਰਪਰਸਨ ਵਰਗੀਆਂ ਉਪਲਬਧੀਆਂ। ਇਸ ਸਫ਼ਰ ਤੱਕ ਪਹੁੰਚਣਾ ਸੌਖਾ ਨਹੀਂ ਸੀ, ਲੇਕਿਨ ਔਖਾ ਵੀ ਨਹੀਂ ਸੀ, ਕਿਉਂਕਿ ਜੇਕਰ ਤੁਸੀਂ ਸੱਚੇ ਹੋ, ਸੁੱਚੇ ਹੋ, ਤੁਹਾਡਾ ਦਿਲ ਸਾਫ਼ ਹੈ, ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਚਾਹ ਹੈ, ਲਕਸ਼ ਹੈ, ਤਾਂ ਕੋਈ ਵੀ ਔਕੜ ਕਿਉਂ ਨਾ ਆ ਜਾਵੇ, ਹਰ ਰਾਹ ਸੌਖਲਾ ਹੋ ਜਾਂਦਾ ਹੈ। ਤੇ ਇਨ ਸਾਰੀਆਂ ਚੀਜ਼ਾਂ ਦੀ ਜੀਤੀ ਜਾਗਦੀ ਮਿਸਾਲ ਹਨ ਬੀਬੀ ਹਰਜਿੰਦਰ ਕੌਰ। ਤੇ ਅੱਜ FIR ਮੀਡੀਆ ਇਸ ਨਾਰੀ ਸ਼ਕਤੀ ਦੇ ਹੁਨਰ, ਤਜਰਬੇ ਤੇ ਬੇਮਿਸਾਲ ਜਜ਼ਬੇ ਨੂੰ ਸਲਾਮ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰੀਏ ਤਾਂ ਅੱਜ ਤੁਸੀਂ ਪਹੁੰਚ ਗਏ ਬਾਲ ਅਧਿਕਾਰ ਕਮਿਸ਼ਨ ਦੀ ਚੇਅਰਪਰਸਨ। 1 ਸਾਲ ਹੋ ਗਿਆ ਹੈ, ਇੰਨੀ ਵੱਡੀ ਰਿਸਪੌਂਸਿਬਿਲਿਟੀ ਤੁਸੀਂ ਸਾਂਭ ਰਹੇ ਹੋ। ਬਹੁਤ ਲੰਬਾ ਸਫ਼ਰ ਹੈ ਤੁਹਾਡਾ ਹੁਣ ਤੱਕ ਦਾ, ਇੱਥੇ ਤੱਕ ਦਾ ਪਹੁੰਚਣ ਦਾ। ਅਗਰ ਉਸ ਸਫ਼ਰ ਦੀ ਗੱਲ ਕਰੀਏ, ਜ਼ਿੰਦਗੀ ਦੇ ਉਹ ਜਰਨੀ ਦੀ ਗੱਲ ਕਰੀਏ, ਤਾਂ ਕਿੰਨੀ ਖੂਬਸੂਰਤ ਉਹ ਜਰਨੀ ਰਹੀ ਹੈ। ਸੱਚਮੁੱਚ ਔਰਤ ਹੋਣਾ ਆਪਣੇ ਆਪ ਵਿੱਚ ਪਰਮਾਤਮਾ ਦੀ ਬਹੁਤ ਵੱਡੀ ਨਿਆਮਤ ਹੁੰਦਾ ਹੈ, ਕਿਉਂਕਿ ਜੋ ਕੁਝ ਐਕਸਪੀਰੀਅੰਸ ਔਰਤ ਦੇ ਜਾਮੇ ਵਿੱਚ ਇਨਸਾਨ ਕਰਦਾ ਹੈ ਉਹ ਕਿਤੇ ਹੋਰ ਨਹੀਂ ਹੋ ਸਕਦਾ। ਵੈਰੀ ਰਾਈਟ। ਔਰਤ ਪਹਿਲਾਂ ਜੰਮਦੀ ਹੈ ਤੇ ਫਿਰ ਔਰਤ ਬਣਦੀ ਹੈ, ਗੁਣ ਧਾਰਨ ਕਰਦੀ ਹੈ, ਆਪਣੇ ਗੁਣਾਂ ਦੇ ਨਾਲ ਇੱਕ ਮਹਿਕ ਪੈਦਾ ਕਰਦੀ ਹੈ ਘਰ ਦੇ ਵਿੱਚ, ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ, ਤੇ ਫਿਰ ਉਹ ਔਰਤ ਜਨਨੀ ਬਣ ਕੇ ਇੱਕ ਨਵੇਂ ਸਮਾਜ ਨੂੰ ਵੀ ਜਨਮ ਦਿੰਦੀ ਹੈ। ਉਹ ਆਪਣੇ ਆਪ ਵਿੱਚ ਇਹ ਤਜਰਬਾ ਬਹੁਤ ਕਮਾਲ ਦਾ ਹੁੰਦਾ ਹੈ। ਮੈਂ ਜ਼ਰੂਰ ਕਹਾਂਗੀ ਕਿ ਪਰਵਰਦਿਗਾਰ ਦੀਆਂ ਬੜੀਆਂ ਰਹਿਮਤਾਂ ਰਹੀਆਂ ਨੇ ਕਿ ਇਸ ਤਜਰਬੇ ਦੇ ਵਿੱਚ ਮੈਨੂੰ ਉਸ ਨੇ ਵਿਕਸਣ ਦਾ, ਮੌਲਣ ਦਾ ਭਰਪੂਰ ਮੌਕਾ ਦਿੱਤਾ ਹੈ। ਅਤੇ ਜ਼ਿੰਦਗੀ ਵਿੱਚ ਜਦੋਂ ਚੈਲੰਜ ਵੀ ਆਏ ਨੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਸ਼ਖਸੀਅਤ ਨੂੰ ਨਿਖਾਰਨ ਵਿੱਚ ਮਦਦ ਕੀਤੀ ਹੈ। ਇਹ ਸਫ਼ਰ ਸ਼ੁਰੂ ਕੀਤਾ ਸੀ ਇੱਕ ਧੀ ਤੋਂ ਮਾਂ ਬਣ ਕੇ, ਅਤੇ ਮਾਂ ਤੋਂ ਬਾਅਦ ਪਤਾ ਲੱਗਿਆ ਜਦੋਂ ਕਿ ਮਾਂ ਹੋਣਾ ਕਿੰਨਾ ਅਹਿਮ ਹੁੰਦਾ ਹੈ, ਸਮਾਜ ਨੂੰ ਕਲਾਵੇ ਵਿੱਚ ਲੈਣ ਦਾ ਚਾਅ। ਅਤੇ ਉਹਦੇ ਵਿੱਚੋਂ ਮਿਊਨਸਿਪਲ ਕਾਰਪੋਰੇਸ਼ਨ 4 ਵਾਰ ਚੰਡੀਗੜ੍ਹ ਦੇ ਵਿੱਚ ਇੱਕ ਏਰੀਆ ਨੂੰ ਰਿਪਰੈਜ਼ੈਂਟ ਕਰਨਾ, ਅਤੇ ਫਿਰ 2 ਵਾਰ ਚੰਡੀਗੜ੍ਹ ਦੇ ਮੇਅਰ ਵੀ ਬਣਨਾ, ਅਤੇ ਉਹਦੇ ਨਾਲ ਨਾਲ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਵਜੋਂ 3 ਟਰਮਸ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਵੀ ਇੱਕ ਨਵੀਂ ਰਵਾਨੀ ਦੇਣ ਦਾ ਕੁਝ ਇਹੋ ਜਿਹੇ ਐਕਸਪੀਰੀਐਂਸਿਸ ਮਿਲੇ, ਇਹੋ ਜਿਹੇ ਸਾਥ ਮਿਲੇ, ਬਹੁਤ ਪਿਆਰੀਆਂ ਸ਼ਖਸੀਅਤਾਂ, ਰੂਹਾਂ ਦਾ ਜੋੜ ਮਿਲਿਆ ਕਿ ਅੱਜ ਮੈਂ ਕਹਾਂਗੀ ਜਦੋਂ ਮੈਂ ਮੁੜ ਕੇ ਆਪਣੇ ਅਸਲ ਮੁਕਾਮ ਤੇ ਪਹੁੰਚ ਗਈ ਹਾਂ ਮਾਂ ਦਾ ਰੋਲ ਨਿਭਾਉਣ ਦੇ ਲਈ, ਤੇ ਅੱਜ ਮੇਰਾ ਅਕੀਦਾ ਵੱਡਾ ਹੈ। ਅੱਜ ਮੇਰਾ ਅਕੀਦਾ ਮੇਰੇ 2 ਬੱਚਿਆਂ ਤੱਕ ਸੀਮਤ ਨਾ ਹੋ ਕੇ ਉਹਨਾਂ ਸਾਰੇ ਬੱਚਿਆਂ
ਦੇ ਲਈ ਸਮਰਪਣ ਦਾ ਹੈ, ਜਿਨ੍ਹਾਂ ਦੇ ਕੋਲ ਮਾਵਾਂ ਨਹੀਂ ਜਾਂ ਜਿਨ੍ਹਾਂ ਦੇ ਕੋਲ ਉਹ ਛੱਤ ਨਹੀਂ ਜੋ ਉਹਨਾਂ ਦੀ ਹਾਸਲ ਹੋਣੀ ਚਾਹੀਦੀ ਹੈ। ਔਰ ਅੱਜ ਕੱਲ੍ਹ ਦਾ ਸਿਨੈਰੀਓ ਵੇਖਦੇ ਹੋਏ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਗਿਆ, ਕਿਉਂਕਿ ਡੇ ਬਾਏ ਡੇ ਅਗਰ ਅਸੀਂ ਗ੍ਰਾਫ ਵੇਖਦੇ ਚਾਹੀਏ, ਬੱਚਿਆਂ ਦੀ ਖਾਸ ਕਰਕੇ ਗੱਲ ਕੀਤੀ ਜਾਏ, ਯੌਨ ਸ਼ੋਸ਼ਣ ਹੋ ਗਿਆ ਜਾਂ ਚਾਈਲਡ ਲੇਬਰ ਹੋ ਗਿਆ, ਬਹੁਤ ਜ਼ਿਆਦਾ ਭਾਵੇਂ ਲਾਜ਼ ਨੇ, ਰੂਲਸ ਨੇ, ਸਟ੍ਰਿਕਨੈਸ ਹੈ, ਗਵਰਨਮੈਂਟਸ ਵੱਲੋਂ ਮੁਹਿੰਮ ਚਲਾਈਆਂ ਜਾਂਦੀਆਂ ਨੇ, ਲੇਕਿਨ ਸਟਿਲ ਡੇ ਬਾਏ ਡੇ ਗ੍ਰਾਫ ਵੱਧਦਾ ਪਿਆ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਅੱਜ ਸਮਾਂ ਬਹੁਤ ਦੌੜਦਾ ਹੈ। ਗਲੈਮਰ ਦੇ ਵਿੱਚ ਅਸੀਂ ਦੌੜ ਰਹੇ ਹਾਂ, ਮਟੀਰੀਅਲ ਵਰਲਡ ਦੇ ਵਿੱਚ ਅਸੀਂ ਭੱਜ ਕੇ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਹਾਂ, ਔਰ ਇਸ ਅੱਗੇ ਲੰਘਣ ਵਿੱਚ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਜੰਮਿਆਂ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਪਾ ਰਹੇ ਹਾਂ। ਸਾਡੀ ਦੌੜ ਬਹੁਤ ਅਲੱਗ ਹੋ ਗਈ ਹੈ ਤੇ ਕਦਰਾਂ ਜਿਨ੍ਹਾਂ ਕਰਕੇ ਅਸੀਂ ਸੰਸਾਰ 'ਚ ਸਭ ਤੋਂ ਉੱਚੇ ਸੀ ਪੰਜਾਬੀ, ਅੱਜ ਉਹ ਕਦਰਾਂ ਹੀ ਗਵਾਈ ਜਾ ਰਹੀਆਂ, ਕਿਉਂਕਿ ਨਾ ਤਾਂ ਉਹ ਸਾਂਝੇ ਪਰਿਵਾਰ ਰਹੇ, ਨਾ ਨਾਨੀਆਂ ਦਾਦੀਆਂ ਦੀਆਂ ਉਹ ਲੋਰੀਆਂ ਰਹੀਆਂ, ਤੇ ਮਾਪੇ ਕਿਉਂਕਿ ਕੰਮ ਕਰਦੇ ਨੇ, ਕਿਉਂਕਿ ਲੋੜਾਂ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ ਲੋੜਾਂ ਪੂਰਨ ਕਰਨ ਲਈ ਉਹ ਬਿਲਕੁਲ ਇਸ ਤਰ੍ਹਾਂ ਭੱਜ ਰਹੇ ਨੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜੋ ਤੇਲੀ ਬਲਦ ਭਵੰਦੇ। ਬਸ ਅੱਖਾਂ ਤੇ ਕੁੱਪੇ ਬੰਨੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਉਹ ਚੀਜ਼ ਨਹੀਂ ਦੇ ਪਾ ਰਹੇ ਜਿਸ ਦੀ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ, ਕੀਮਤੀ ਸਮੇਂ ਦੀ। ਤੇ ਮੈਂ ਬਿਲਕੁਲ ਕਵਾਂਗੀ ਸਮਾਜ ਦੇ ਇਸ ਵਰਤਾਰੇ ਦੇ ਨਾਲ ਜੋ ਜੋ ਗੈਪ ਕ੍ਰੀਏਟ ਹੋ ਰਿਹਾ, ਉਹਦਾ ਸਾਰਾ ਬਰਡਨ ਬਚਪਨ ਦੇ ਉੱਤੇ ਆ ਰਿਹਾ। ਬਿਲਕੁਲ। ਅੱਜ ਜੇ ਕਿਸੇ ਨੂੰ ਬਹੁਤ ਵੱਡੇ ਚੈਲੰਜ ਦਾ ਕੋਈ ਖਿੱਤਾ ਹੈ ਤੇ ਉਹ ਬਚਪਨ ਦਾ ਹੈ, ਔਰ ਉਹ ਬਚਪਨ ਮਾਪਿਆਂ ਦੇ ਹੁੰਦਿਆਂ ਫਰਸਟ੍ਰੇਟ ਹੋ ਰਿਹਾ। ਅਸੀਂ ਵੇਖ ਰਹੇ ਹਾਂ ਕਿ ਬੱਚੇ ਸਕੂਲਾਂ 'ਚ ਪੜ੍ਹਦੇ ਹੋਏ ਹੀ ਅੱਜ ਸੁਸਾਈਡ ਕਮਿਟ ਕਰ ਰਹੇ ਨੇ, ਬੱਚਿਆਂ ਨੂੰ ਕਦੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਔਰ ਜਿਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਸਾਡੇ ਸਾਹਮਣੇ ਆਈਆਂ, ਕਦੇ ਅਸੀਂ ਕੇਵਲ ਭਰੂਣ ਹੱਤਿਆ ਦੀ ਗੱਲ ਕਰਦੇ ਸੀ, ਅੱਜ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਰੇਪਸ ਦਾ ਸਿਲਸਿਲਾ ਚੱਲ ਰਿਹਾ ਹੈ, ਔਰ ਇਹ ਇੰਨਾ ਘਿਨਾਉਣਾ ਰੂਪ ਲੈ ਗਿਆ ਹੈ ਕਿ ਕੁਝ ਮਹੀਨਿਆਂ ਦੀ ਬੱਚੀ ਵੀ ਅੱਜ ਸੇਫ ਨਹੀਂ ਹੈ ਤੇ ਅੱਜ 10 ਤੇ 12 ਸਾਲਾਂ ਦੀ ਬੱਚੀ ਮਾਂ ਬਣ ਰਹੀ ਹੈ। ਇਹ ਸਾਡਾ ਬਹੁਤ ਘਿਨਾਉਣਾ ਰੂਪ ਸਾਡੇ ਸਾਹਮਣੇ ਲਿਆ ਰਿਹਾ ਵਰਤਾਰਾ, ਔਰ ਮੈਂ ਸਮਝਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਇਹ ਲੈਣੀ ਪਵੇਗੀ ਕਿ ਜੇ ਸਮਾਜ ਇੰਨੀ ਵੱਡੀ ਨਿਵਾਨ, ਇੰਨੀ ਗਿਰਾਵਟ ਵੱਲ ਗਿਆ ਤੇ ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ, ਤੇ ਉਹਦੇ ਲਈ ਬੜੀ ਲੋੜ ਹੈ ਅੱਜ ਕਿ ਕੁਝ ਸੰਜੀਦਾ ਸਿਰ ਜੋੜ ਕੇ ਮੁੜ ਕੇ ਸੈਂਸਿਟਾਈਜੇਸ਼ਨ ਕਰਨ, ਮੁੜ ਕੇ ਉਹਨਾਂ ਬਾਹਾਂ ਨੂੰ ਇਕੱਠੀਆਂ ਕਰਨ ਤੇ ਸਮਾਜ ਦੇ ਇਸ ਗੈਪ ਨੂੰ ਦੂਰ ਕਰਨ। ਮੈਂ ਇਹੋ ਗੱਲ ਤੁਹਾਡੇ ਨਾਲ ਕਰਨ ਵਾਲੀ ਸੀ ਕਿ ਕਹਿੰਦੇ ਨੇ ਚੈਰਿਟੀ ਬਿਗਨਸ ਐਟ ਹੋਮ ਓਨਲੀ, ਤੇ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਸਭ ਤੋਂ ਪਹਿਲਾ ਜਿਹੜਾ ਕਿਰਦਾਰ ਜਾਂ ਬੱਚਾ ਕੁਝ ਵੀ ਸਿੱਖਦਾ ਜਾਂ ਪਹਿਲਾ ਲਫ਼ਜ਼ ਵੀ ਆਪਣੀ ਜ਼ੁਬਾਨ ਤੋਂ ਕੱਢਦਾ ਉਹ ਮਾਂ ਹੁੰਦਾ। ਇੱਕ ਮਾਂ ਦਾ ਕਿਰਦਾਰ, ਇੱਕ ਮਾਂ ਦਾ ਰੋਲ ਹਰ ਬੱਚੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਹੁੰਦਾ ਹੈ। ਔਰ ਅੱਜ ਕੱਲ੍ਹ ਦਾ ਜੋ ਸਿਨੈਰੀਓ ਹੈ, ਜੋ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ, ਮੈਂ ਤਾਂ ਕਹੂੰਗੀ ਕਿ ਮਾਵਾਂ ਸਭ ਤੋਂ ਜ਼ਿਆਦਾ ਰਿਸਪੌਂਸੀਬਲ ਨੇ ਉਸ ਦੇ ਪਿੱਛੇ। ਹਾਂ, ਮੈਂ ਬਿਲਕੁਲ ਕਹਾਂਗੀ ਕਿ ਮਾਵਾਂ ਜ਼ਿੰਮੇਵਾਰੀ ਚੱਕ ਲੈਣ ਤੇ ਦੁਨੀਆ ਦੀ ਬਹੁਤ ਵੱਡੀ ਸੇਵਾ ਹੋ ਜਾਏਗੀ। ਕਹਿੰਦੇ ਨੇ ਨਥਿੰਗ ਇਜ਼ ਮੋਰ ਇਨਫੈਕਸ਼ੀਅਸ ਦੈਨ ਐਨ ਐਗਜ਼ਾਮਪਲ। ਰਾਈਟ। ਤੇ ਮੈਨੂੰ ਤੇ ਇੱਕੋ ਹੀ ਗੱਲ ਪਤਾ ਹੈ ਕਿ ਅਸੀਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜੋ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਤੇ ਜੋ ਜੀਵਨ ਦਾ ਸਾਰਾ ਉਪਦੇਸ਼ ਸਾਨੂੰ ਦਿੰਦੀ ਹੈ। ਜੇ ਕਿਤੇ ਸਮਝ ਲਈਏ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਵਾਲ ਕੀਤਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿੰਨਾ ਖੂਬਸੂਰਤ ਹੁਕਮ ਹੈ। ਸ਼ੁਕਰ ਕਰੀਏ ਪਰਵਰਦਿਗਾਰ ਦਾ, ਅਕਾਲ ਪੁਰਖ ਦਾ, ਕਿ ਉਸਨੇ ਔਰਤ ਬਣਾ ਕੇ ਸਾਨੂੰ ਸੰਸਾਰ ਵਿੱਚ ਭੇਜਿਆ। ਤੇ ਆਓ ਇਹ ਵਾਅਦਾ ਵੀ ਕਰ ਲਈਏ ਕਿ ਅਸੀਂ ਆਪਣਾ ਕਿਰਦਾਰ ਸੱਚਾ ਸੁੱਚਾ ਬਣਾਈਏ। ਦੁਨੀਆ ਦੀਆਂ ਦੌਲਤਾਂ ਜੇ ਝੂਠ ਨਾਲ ਕਮਾਵਾਂਗੇ ਤੇ ਲੈ ਕੇ ਤੇ ਨਾਲ ਨਹੀਂ ਜਾਵਾਂਗੇ, ਲੈ ਕੇ ਤੇ ਕਿਰਦਾਰ ਹੀ ਜਾਵਾਂਗੇ ਨਾ। ਫਿਰ ਉਹ ਝੂਠਾ ਕਿਰਦਾਰ ਕਿਉਂ ਲੈ ਕੇ ਜਾਈਏ, ਕਿਉਂਕਿ ਸਾਹਿਬ ਨੇ ਤੇ ਆਖਿਆ ਨਾ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਟਰੂਥ ਇਜ਼ ਹਾਇਰ ਸਟਿਲ ਹਾਇਰ ਇਜ਼ ਟਰੂਥਫੁਲ ਲਿਵਿੰਗ। ਅਸੀਂ ਆਪਣੇ ਲਈ ਨਾ ਸਹੀ, ਆਪਣੇ ਬੱਚਿਆਂ ਲਈ ਇਹ ਖਜ਼ਾਨਾ ਇਕੱਠਾ ਕਰੀਏ। ਹਰ ਮਾਪੇ ਚਾਹੁੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈਏ, ਉਹਨਾਂ ਲਈ ਵਧੀਆ ਘਰ ਬਣਾਈਏ, ਉਹਨਾਂ ਲਈ ਵਧੀਆ ਬੈਂਕ ਬੈਲੈਂਸ ਵੀ ਇਕੱਠਾ ਕਰੀਏ ਤਾਂ ਜੋ ਭਵਿੱਖ 'ਚ ਔਖੇ ਨਾ ਹੋਣ। ਯਕੀਨ ਜਾਣਿਓ, ਜੇ ਬੱਚਿਆਂ ਨੂੰ ਚੰਗੀਆਂ ਕਦਰਾਂ ਨਾ ਦਿੱਤੀਆਂ ਤੇ ਇਹ ਸਾਰਾ ਸਾਜ਼ੋ ਸਮਾਨ ਦੁਸ਼ਮਣ ਬਣ ਜਾਏਗਾ। ਬਿਲਕੁਲ। ਔਰ ਕੋਈ ਵੱਡੀ ਗੱਲ ਨਹੀਂ ਕਿ ਕੱਲ ਇਸ ਦੌਲਤ ਪਿੱਛੇ ਬੱਚਾ ਆਪਣੇ ਮਾਪਿਆਂ ਦੇ ਗਲੇ ਤੇ ਵੀ ਆਪਣਾ ਹੱਥ ਪਾ ਦੇਵੇ। ਜ਼ਰੂਰੀ ਹੈ ਕਿ ਬੱਚਿਆਂ ਨੂੰ ਕਿਰਦਾਰ ਦਈਏ, ਬੱਚਿਆਂ ਨੂੰ ਸਮਝ ਦਈਏ, ਸਾਂਝ ਦਈਏ, ਉਹਦੇ ਨਾਲ ਵਧੀਆ ਐਜੂਕੇਸ਼ਨ ਦਈਏ ਤੇ ਕਦਰਾਂ ਦੇ ਨਾਲ ਜਦੋਂ ਬੱਚੇ ਵੱਡੇ ਹੋਣਗੇ ਫਿਰ ਉਹ ਜ਼ਰੂਰ ਭਵਿੱਖ ਦੇ ਚੰਗੇ ਮਾਪੇ ਵੀ ਹੋਣਗੇ ਤੇ ਸਾਡੇ ਸੁੱਖਾਂ ਦਾ ਸਾਧਨ ਵੀ ਬਣਨਗੇ। ਬਿਲਕੁਲ। ਕਿਉਂਕਿ ਅੱਜ ਬੜਾ ਵੱਡਾ ਚੈਲੰਜ ਹੈ, ਤੁਸੀਂ ਵੇਖਦੇ ਆ ਕਿ ਓਲਡ ਏਜ ਹੋਮਸ ਦੀ ਗਿਣਤੀ ਵੱਧ ਰਹੀ ਹੈ। ਇਹ ਵੀ ਤੇ
ਮਨੁੱਖ ਦੇ ਮੰਦਭਾਗੀ ਹੈ ਬਹੁਤ ਜ਼ਿਆਦਾ। ਬਹੁਤ ਘਿਨੌਣੇ ਰੂਪ ਦੀ ਪਛਾਣ ਹੈ ਸਾਡੇ ਸਾਹਮਣੇ। ਹਰ ਇੱਕ ਨੇ ਹਰ ਸਟੇਜ ਵਿੱਚੋਂ ਲੰਘਣਾ ਹੈ ਤੇ ਜਿਸ ਦਿਨ ਅਸੀਂ ਉਹ ਸਟੇਜ ਤੇ ਜਾਣਾ ਹੈ, ਆਓ ਆਪਣੇ ਬੱਚਿਆਂ ਨੂੰ ਅਸੀਂ ਪਹਿਲਾਂ ਇੱਕ ਵਧੀਆ ਰੋਲ ਮਾਡਲ ਬਣ ਕੇ ਵਿਖਾਈਏ ਤਾਂ ਜੋ ਉਹ ਉਹਨਾਂ ਸੁਪਨਿਆਂ ਦੇ ਨਾਲ ਅੱਗੇ ਵਧਣ। ਤੇ ਜੇ ਕੱਲ ਕਿਤੇ ਅਸੀਂ 올ਡ ਏਜ ਹੋਮਸ ਦੀ ਥਾਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਾਨੀਆਂ ਦਾਦੀਆਂ ਦੇ ਲੋਰੀਆਂ ਦੀ ਜਾਗ ਲਾ ਦਈਏ ਤੇ ਸ਼ਾਇਦ ਸਾਡੇ ਬੱਚੇ ਵੀ ਫਰਸਟ੍ਰੇਸ਼ਨ ਤੋਂ ਬਚ ਜਾਣਗੇ, ਮੈਂਟਲ ਪ੍ਰੈਸ਼ਰਸ ਤੋਂ ਬਚ ਜਾਣਗੇ। ਅੱਜ ਬੱਚਿਆਂ ਨੂੰ ਥਾਂ ਥਾਂ ਤੇ ਕਾਉਂਸਲਿੰਗ ਦੇਣੀ ਪੈਂਦੀ ਹੈ ਔਰ ਬੱਚਾ ਸਾਡਾ ਘਰੋਂ ਬਾਹਰ ਨਿਕਲਦਾ ਸਾਨੂੰ ਡਰ ਲੱਗਦਾ ਹੈ। ਡਰ ਇਸ ਲਈ ਲੱਗਦਾ ਕਿਉਂਕਿ ਬੇਭਰੋਸਗੀ ਦਾ ਆਲਮ ਹੈ। ਵਿਸ਼ਵਾਸ ਸਾਡਾ ਆਪਣੇ ਆਪ ਵਿੱਚ ਨਹੀਂ, ਪਰਿਵਾਰ ਵਿੱਚ ਨਹੀਂ, ਤੇ ਫਿਰ ਬੱਚਿਆਂ ਵਿੱਚ ਕਿਵੇਂ ਹੋਣਾ ਹੈ। ਬਿਲਕੁਲ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ੍ਹ ਦੇ ਸਮੇਂ ਨੂੰ ਵਿਚਾਰਦੇ ਹੋਏ। ਲੇਕਿਨ ਕਿਤੇ ਨਾ ਕਿਤੇ ਇੱਕ ਸਵਾਲ ਬਹੁਤ ਜ਼ਿਆਦਾ ਡੂੰਘਾ ਜਿਹੜਾ ਇੱਥੇ ਖੜਾ ਹੁੰਦਾ ਕਿ ਆਖਿਰ 'ਚ ਗੈਪ ਕਿੱਥੇ ਹੈ? ਇਹ ਸਭ ਸੋਸਾਇਟੀ 'ਚ ਕ੍ਰੀਏਟ ਕਿਵੇਂ ਹੋ ਰਿਹਾ? ਜਿਵੇਂ ਆਪਾਂ 올ਡ ਏਜ ਹੋਮਸ ਦੀ ਗੱਲ ਕੀਤੀ ਹੈ ਤਾਂ ਇਲਜ਼ਾਮ ਲਾਇਆ ਜਾਂਦਾ ਹੈ ਕਿ ਨੂੰਹਾਂ ਕਰਕੇ ਮਾਪਿਆਂ ਨੂੰ ਬਾਅਦ 'ਚ 올ਡ ਏਜ ਹੋਮਸ ਭੇਜਿਆ ਜਾਂਦਾ ਹੈ। ਉਹੀ ਨੂੰਹਾਂ ਉਹ ਧੀਆਂ ਵੀ ਤਾਂ ਨੇ ਕਿਸੇ ਦੀਆਂ। ਫਿਰ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰ ਰਹੇ ਹਾਂ ਕਿ ਬੱਚੀ ਸੁਰੱਖਿਅਤ ਨਹੀਂ ਹੈ, ਬੱਚੀ ਹੁਣ ਬਾਹਰ ਤਾਂ ਅਸੀਂ ਕੀ ਦੇਖੀਏ, ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ। ਭਾਵੇਂ ਉਹ ਪਿਓ ਹੋਵੇ, ਭਰਾ ਹੋਵੇ, ਮਾਮਾ ਹੋਵੇ, ਚਾਚਾ ਹੋਵੇ, ਕਿਸੇ ਵੀ ਹੱਥੋਂ ਬੱਚੀ ਸੁਰੱਖਿਅਤ ਨਹੀਂ। ਆਖਰ ਇਹ ਗੈਪ ਆਇਆ ਕਿਵੇਂ? ਆਖਰ ਇਹ ਸਭ ਕ੍ਰੀਏਟ ਕਿਵੇਂ ਹੋਇਆ? ਬਹੁਤ ਹੀ ਡੂੰਘਾ ਸਵਾਲ ਹੈ। ਸਵਾਲ ਡੂੰਘਾ ਹੈ ਪਰ ਜਵਾਬ ਬੜਾ ਸਰਲ ਹੈ। ਕਹਿੰਦੇ ਨੇ ਜਦੋਂ ਦੂਜੇ ਵੱਲ ਉਂਗਲ ਚੱਕੀ ਦੀ ਹੈ, ਚਾਰ ਆਪਣੇ ਵੱਲ ਆਉਂਦੀਆਂ ਨੇ। ਤੇ ਮੈਂ ਕਹਾਂਗੀ ਅਸੀਂ ਉਂਗਲ ਹੀ ਆਪਣੇ ਵੱਲ ਚੱਕ ਲਈਏ ਕਿ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਕਿਤੇ ਨਾ ਕਿਤੇ ਅਸਫਲ ਰਹੇ ਹਾਂ। ਕਿਉਂਕਿ ਚੈਲੰਜ ਆਉਂਦੇ ਨੇ, ਔਖਾ ਸਮਾਂ ਆਉਂਦਾ, ਅਸੀਂ ਘਬਰਾ ਜਾਂਦੇ ਹਾਂ। ਪਹਿਲਾਂ ਤਾਂ ਅਸੀਂ ਘਰਾਂ ਵਿੱਚ ਧੀਆਂ ਪੁੱਤਾਂ ਨੂੰ ਇੱਕੋ ਜਿਹਾ ਪਾਲੀਏ, ਗੈਪ ਤਾਂ ਇੱਥੇ ਹੀ ਆ ਜਾਂਦਾ ਹੈ। ਡਿਸਕ੍ਰਿਮੀਨੇਸ਼ਨ ਕਿ ਅਸੀਂ ਪੈਦਾ ਹੁੰਦਿਆਂ ਹੀ ਵਿਤਕਰਾ ਕਰਦੇ ਹਾਂ। ਜੇ ਅਸੀਂ ਧੀਆਂ ਪੁੱਤਰਾਂ ਨੂੰ ਇੱਕੋ ਜਿਹੀ ਐਜੂਕੇਸ਼ਨ ਦਈਏ, ਇੱਕੋ ਜਿਹੀਆਂ ਸਰਵਿਸਿਜ਼ ਉਹਨਾਂ ਤੋਂ ਲਈਏ, ਘਰ ਦੇ ਕੰਮ ਦੀ ਗੱਲ ਲੈ ਲਓ ਕਿ ਅਸੀਂ ਕਹਿੰਦੇ ਹਾਂ ਪਾਣੀ ਫੜਾਏ ਤੇ ਧੀ ਫੜਾਏ, ਪੁੱਤ ਕਿਉਂ ਫੜਾਏ? ਬਿਲਕੁਲ। ਪੁੱਤ ਬਾਹਰੋਂ ਆਇਆ ਤਾਂ ਉਹ ਬੈਠ ਕੇ ਖਾਏ, ਨੂੰ ਬਾਹਰੋਂ ਕੰਮ ਕਰਕੇ ਆਈ ਹੈ ਤੇ ਉਹ ਰਸੋਈ ਵਿੱਚ ਕੰਮ ਕਰੇ। ਬਿਲਕੁਲ। ਜੇ ਅਸੀਂ ਬਰਾਬਰੀ ਦਾ ਹੱਕ ਮੰਗਦੇ ਹਾਂ ਤੇ ਸਾਨੂੰ ਬਰਾਬਰੀ ਦੇ ਫਰਜ਼ ਨਿਭਾਉਣ ਵਿੱਚ ਵੀ ਕੋਈ ਇਤਰਾਜ਼ ਨਹੀਂ ਚਾਹੀਦਾ। ਫਿਰ ਦੂਸਰਾ, ਸਾਡੇ ਸਮਾਜ ਵਿੱਚ ਬੜਾ ਮਾਣ ਗਿਣਿਆ ਜਾਂਦਾ ਜੀ ਇਹ ਤਾਂ ਤਕੀਆ ਕਲਾਮ ਹੈ, ਮਾਵਾਂ ਭੈਣਾਂ ਧੀਆਂ ਦੀਆਂ ਗਾਲਾਂ। ਇਹ ਕਿੱਡੇ ਅਫਸੋਸ ਦੀ ਗੱਲ ਹੈ ਜੇ ਘਰਾਂ 'ਚ ਬਹਿ ਕੇ ਇਸੇ ਦਾ ਹੀ ਮੰਥਨ ਕਰ ਲਈਏ ਕਿ ਸਾਰੇ ਦੁਆਵਾਂ ਜਿਹੜੀਆਂ ਨੇ, ਅਸੀਸਾਂ ਜਿਹੜੀਆਂ ਨੇ ਉਹ ਪੁੱਤਾਂ ਦੇ ਨਾਂ ਨੇ ਤੇ ਸਾਰੀਆਂ ਗਾਲਾਂ ਧੀਆਂ ਜਾਂ ਔਰਤ ਦੇ ਨਾਂ ਤੇ ਕਿਉਂ ਸ਼ੁਰੂ ਹੁੰਦੀਆਂ ਨੇ? ਇਹ ਬਹੁਤ ਵੱਡਾ ਵਿਤਕਰਾ ਸ਼ੁਰੂ ਤੋਂ ਹੀ ਹੋ ਗਿਆ। ਬਿਲਕੁਲ। ਔਰ ਮੈਂ ਅੱਜ ਪ੍ਰਾਪਰਟੀ ਰਾਈਟ ਦੀ ਗੱਲ ਤੇ ਬਾਅਦ ਚ ਕਰਾਂਗੀ। ਇਹ ਤੇ ਕਾਨੂੰਨ ਅੱਜ ਉੱਥੇ ਆ ਗਿਆ, ਪਰ ਉਸ ਤੋਂ ਪਹਿਲਾਂ ਕਹਿੰਦੇ ਨੇ ਕਿ ਆਪਣੇ ਹਿੱਸੇ ਦੀ ਜ਼ਮੀਨ, ਆਪਣੇ ਹਿੱਸੇ ਦਾ ਹੱਕ ਜਿਹੜਾ ਹੈ ਜੇ ਦਿਲ ਨਾਲ ਮਿਲੇ, ਰੂਹ ਨਾਲ ਮਿਲੇ ਤੇ ਕਮਾਲ ਹੁੰਦਾ ਹੈ। ਔਰ ਸਾਨੂੰ ਇਸੇ ਦੀ ਅੱਜ ਲੋੜ ਹੈ। ਨੂੰਹਾਂ ਨੂੰ ਅਸੀਂ ਦੋਸ਼ੀ ਕਦੀ ਬਣਾ ਹੀ ਨਹੀਂ ਸਕਦੇ। ਇੱਕ ਧੀ ਆਪਣਾ ਸਭ ਕੁਝ ਛੱਡ ਕੇ ਦੂਜੇ ਘਰ ਆਉਂਦੀ ਹੈ। ਜੇ ਅਸੀਂ ਆਪਣਾ ਸਾਰਾ ਸਮਰਪਣ ਉਹਨੂੰ ਦਿਆਂਗੇ ਤੇ ਕੋਈ ਕਮਲੀ ਕੁੜੀ ਹੋਏਗੀ ਜਿਹੜਾ ਉਹਦਾ ਮਿਸਯੂਜ਼ ਕਰੇਗੀ। ਕਿਤੇ ਨਾ ਕਿਤੇ ਸਾਡੀ ਐਕਸਪੈਕਟੇਸ਼ਨ ਲੈਵਲ ਪਹਿਲੇ ਦਿਨ ਤੋਂ ਉਹਦੇ ਤੋਂ ਅੱਡ ਹੁੰਦੀ ਹੈ ਕਿ ਇਹ ਸਾਡੇ ਪੈਰਾਂ ਨੂੰ ਹੱਥ ਲਾਏ। ਚੰਗੀ ਗੱਲ ਹੈ ਜੇ ਧੀ ਵੀ ਲਾਉਂਦੀ ਹੈ, ਪੁੱਤ ਵੀ ਲਾਉਂਦਾ ਤੇ ਨੂੰਹ ਵੀ ਲਾਏ, ਪਰ ਕੱਲੀ ਨੂੰਹ ਲਾਏ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੁੰਦਾ ਹੈ। ਔਰ ਮੈਂ ਬਿਲਕੁਲ ਕਹਾਂਗੀ ਅੱਜ ਮੈਂ ਵੇਖ ਰਹੀ ਹਾਂ ਬਹੁਤ ਸਾਰੀਆਂ ਸੱਸਾਂ ਇਹੋ ਜਿਹੀਆਂ ਨੇ ਜੋ ਮਾਂ ਤੋਂ ਉੱਪਰ ਹੋ ਕੇ ਦਿਖਾ ਰਹੀਆਂ ਨੇ। ਅੱਜ ਸਮਾਂ ਬਦਲ ਵੀ ਰਿਹਾ ਹੈ। ਅੱਜ ਦੀ ਔਰਤ ਬਦਲ ਰਹੀ ਹੈ, ਸਮਝ ਰਹੀ ਹੈ ਕਿ ਹੁਣ ਪਹਿਲੇ ਵਾਲਾ ਹਿਸਾਬ ਨਹੀਂ ਚੱਲਣਾ। ਪਹਿਲੇ ਹੁੰਦਾ ਸੀ ਕਿ ਔਰਤ ਘਰ ਦੀ ਚਾਰ ਦੀਵਾਰੀ 'ਚ ਰਹਿੰਦੀ ਸੀ, ਘਰ ਉਹਦੀ ਸਲਤਨਤ ਹੁੰਦਾ ਸੀ, ਖੂਹ ਦੇ ਡੱਡੂਆਂ ਵਾਲਾ ਹਿਸਾਬ ਸੀ ਤੇ ਉਹ ਮਾਲਕੀ ਛੱਡਣ ਲਈ ਤਿਆਰ ਨਹੀਂ ਸੀ ਹੁੰਦੇ। ਹੁਣ ਅੱਜ ਔਰਤ ਵੀ ਬਹੁਤ ਡਿਫਰੈਂਟ ਲੈਵਲ ਤੇ ਆਪਰੇਟ ਕਰਦੀ ਹੈ ਔਰ ਔਰਤ ਅੱਜ ਸਮਝ ਚੁੱਕੀ ਹੈ। ਮੈਂ ਵੇਖਦੀ ਹਾਂ ਬਹੁਤ ਸਾਰੇ ਇਹੋ ਜਿਹੇ ਖੂਬਸੂਰਤ ਘਰ ਨੇ ਜਿੱਥੇ ਸੱਸਾਂ ਇਹ ਕਹਿੰਦੀਆਂ ਨੇ ਕਿ ਇਹ ਵੱਧ ਕਰਨ, ਘੱਟ ਕਰਨ, ਇਹ ਰੋੜਨ, ਇਹ ਰੱਖਣ ਇਹਨਾਂ ਦਾ ਹੈ। ਜੇ ਬਚੇਗਾ ਤਾਂ ਇਹਨਾਂ ਦਾ, ਜੇ ਰੁੜੇਗਾ ਤਾਂ ਇਹਨਾਂ ਦਾ। ਅਸੀਂ ਇਹਨਾਂ ਨੂੰ ਰੋਕਣਾ ਟੋਕਣਾ ਨਹੀਂ, ਬਸ ਪਿਆਰ ਹੀ ਦੇਣਾ ਹੈ। ਔਰ ਪਿਆਰ ਇੱਕ ਇੰਨੀ ਵੱਡੀ ਤਾਕਤ ਹੈ ਨਾ, ਉਹ ਗਲਤ ਤੋਂ ਗਲਤ ਇਨਸਾਨ ਨੂੰ ਵੀ ਠੀਕ ਕਰ ਦਿੰਦੀ ਹੈ। ਪਰ ਹੁੰਦਾ ਕੀ ਹੈ ਅਸਲ ਦੇ ਵਿੱਚ, ਮਾਫ ਕਰਨਾ, ਅਸੀਂ ਮੂੰਹ ਤੇ ਪਿਆਰ ਵਿਖਾਉਂਦੇ ਹਾਂ, ਪਿੱਠ ਪਿੱਛੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨੂੰਹ ਨੂੰ ਕਿੱਦਾਂ ਦੱਬ ਸਕਦੇ ਹਾਂ। ਬਿਲਕੁਲ। ਕਿੱਦਾਂ ਅਸੀਂ ਇਸ ਡਿਫਰੈਂਸ ਨੂੰ ਇੱਦਾਂ ਅਸੀਂ ਬਹੁਤ ਵਧਾ ਲੈਂਦੇ ਹਾਂ ਤੇ ਕਿਸੇ ਦਿਨ ਸਾਡੇ ਤੇ ਭਾਰੂ ਹੋ ਜਾਂਦਾ। ਮੈਂ ਤੇ ਆਖਦੀ ਹਾਂ ਜੇ ਧੀ ਸਾਡੇ ਘਰ ਦਾ ਧਰਮ ਹੈ ਤੇ ਨੂੰਹ ਵੀ ਸਾਡੇ ਘਰ ਦੀ ਨੀਂਹ ਹੈ। ਔਰ ਔਰਤ ਦਾ ਸਭ ਤੋਂ ਵੱਡਾ ਇਮਤਿਹਾਨ ਉਹ ਹੈ ਕਿ ਜਦੋਂ ਉਹਦੇ ਘਰ ਕੋਈ ਪਰਾਈ ਧੀ ਆਂਦੀ ਹੈ, ਉਹ ਉਹਨੂੰ ਆਪਣੀ ਧੀ ਬਣਾ ਕੇ ਕਿਵੇਂ ਵਿਖਾਉਂਦੀ ਹੈ। ਔਰ ਦੂਸਰੀ ਗੱਲ, ਸਾਨੂੰ ਸਮਾਜ ਵਿੱਚ ਇਹ ਸਲੋਗਨ ਲੈ ਕੇ ਆਉਣਾ ਪਏਗਾ ਕਿ ਜੇ ਕਿਤੇ ਕੋਈ ਰੇਪ ਹੁੰਦਾ ਹੈ, ਜੇ ਕਿਤੇ ਕੋਈ
ਕਿਸੇ ਲੜਕੀ ਨੂੰ ਕਿਸੇ ਬੱਚੀ ਨੂੰ ਮੋਲਸਟ ਕੀਤਾ ਜਾਂਦਾ ਤੇ ਅਸੀਂ ਇਹ ਕਿਉਂ ਕਵਾਂਗੇ ਕਿ ਉਹ ਔਰਤ ਸ਼ਰਮਸਾਰ ਹੋ ਗਈ, ਉਹਦੇ ਤੇ ਦਾਗ ਲੱਗ ਗਿਆ। ਦਾਗ ਤੇ ਉਸ ਮਰਦ ਸਮਾਜ ਤੇ ਹੈ। ਬਿਲਕੁਲ। ਔਰ ਮੈਂ ਕਹਾਂਗੀ ਕਿ ਕਰਨ ਵਾਲਾ ਨਹੀਂ, ਹਰ ਮਰਦ ਨੂੰ ਇਹ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਕਿ ਮੈਂ ਸ਼ਰਮਸਾਰ ਹਾਂ ਕਿ ਮੇਰਾ ਰੂਪ ਇੰਨਾ ਘਿਨਾਉਣਾ, ਇੰਨਾ ਦਰਿੰਦਗੀ ਵਾਲਾ, ਸ਼ੈਤਾਨੀ ਵਾਲਾ ਕਿਉਂ ਹੈ। ਬਿਲਕੁਲ ਸਾਨੂੰ ਇਹ ਸੋਚ ਇੱਥੇ ਲਿਆਉਣੀ ਪਏਗੀ, ਸੈਂਸਿਟਾਈਜ਼ ਕਰਨਾ ਪਏਗਾ ਸਮਾਜ ਨੂੰ। ਔਰ ਇਹ ਵੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਹੁਣ ਨਹੀਂ ਕੋਈ ਇਦਾਂ ਕਰਦਾ। ਪਹਿਲਾਂ ਇਹ ਹੁੰਦਾ ਸੀ ਕਿ ਕੁੜੀਆਂ ਵਿਆਹ ਦੀ ਜ਼ਿੰਮੇਵਾਰੀ ਖਤਮ ਹੋ ਗਈ। ਅੱਜ ਹਰ ਬੱਚਾ ਸੁਚੇਤ ਹੈ ਔਰ ਅੱਜ ਮਾਪੇ ਵੀ ਸੁਚੇਤ ਨੇ ਕਿ ਪਹਿਲਾਂ ਇਹ ਪੜ੍ਹਨ, ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋਣ। ਪਰ ਉਹਦੇ ਨਾਲ ਨਾਲ ਬੜਾ ਜ਼ਰੂਰੀ ਹੈ ਕਿ ਉਹ ਕਦਰਾਂ ਵੀ ਅਸੀਂ ਦਈਏ, ਕਿਉਂਕਿ ਕੱਲ ਨੂੰ ਜੇ ਆਪਣੇ ਪੈਰਾਂ ਤੇ ਖੜੇ ਹੋਣਗੇ, ਹਸਬੈਂਡ ਵਾਈਫ ਦੀ ਤਰ੍ਹਾਂ ਜਦੋਂ ਇਹ ਕੰਮ ਕਰਨਗੇ ਇਕੱਠੇ, ਉਦੋਂ ਵੀ ਇਹਨਾਂ ਦੀ ਇਕੁਅਲ ਪਾਰਟਿਸਿਪੇਸ਼ਨ ਘਰ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਉਹ ਬੈਲੈਂਸ ਤਾਂ ਹੀ ਬਣੇਗਾ ਜੇ ਬੱਚਿਆਂ ਨੂੰ ਅਸੀਂ ਪਾਲਿਆ ਹੀ ਉਸ ਮੈਨਰ ਵਿੱਚ ਹੋਏ। ਬਿਲਕੁਲ ਸਹੀ ਕਿਹਾ ਮੈਮ ਨੇ। ਭਾਵੇਂ ਉਹ ਰਿਸ਼ਤਿਆਂ ਦੀ ਗੱਲ ਹੋਵੇ, ਭਾਵੇਂ ਪਿਆਰ ਦੀ ਗੱਲ ਹੋਵੇ, ਭਾਵੇਂ ਡਿਸਕ੍ਰਿਮੀਨੇਸ਼ਨ ਦੀ ਗੱਲ ਹੋਵੇ, ਭਾਵੇਂ ਕ੍ਰਾਈਮ ਦੀ ਗੱਲ ਹੋਵੇ, ਕੁਝ ਵੀ ਹੋਵੇ, ਸ਼ੁਰੂਆਤ ਸਭ ਤੋਂ ਪਹਿਲਾਂ ਘਰ ਤੋਂ ਹੁੰਦੀ ਹੈ, ਤੁਹਾਡੇ ਆਪ ਤੋਂ ਹੁੰਦੀ ਹੈ। ਜੇ ਆਪ ਤੁਸੀਂ ਸ਼ੁਰੂਆਤ ਕਰੋਗੇ, ਆਪਣੇ ਆਪ ਵਿੱਚ ਚੇਂਜ ਲੈ ਕੇ ਆਓਗੇ, ਤਾਂ ਹੀ ਤੁਸੀਂ ਦੁਨੀਆ ਨੂੰ ਕੁਝ ਕਹਿ ਸਕੋਗੇ ਜਾਂ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕੋਗੇ। ਫਿਲਹਾਲ ਇੱਥੇ ਵਰਕੇ ਦੇ ਇਸ ਖਾਸ ਪ੍ਰੋਗਰਾਮ ਵਿੱਚ ਵੇਲਾ ਹੋ ਚਲਾ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਛੇਤੀ ਲੌਟਦੇ ਹਾਂ, ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਵਰਕੇ ਵੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਮੇਰੇ ਵੱਲੋਂ ਯਾਨੀ ਕਿ ਪ੍ਰਵਾਨੀ ਅਨੇਜਾ ਵੱਲੋਂ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਅੱਜ ਵਰਕੇ ਦੇ ਇਸ ਖਾਸ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਬੀਬੀ ਹਰਜਿੰਦਰ ਕੌਰ ਜੀ। ਮੈਮ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਅਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਰਿਸ਼ਤਿਆਂ ਦੀ, ਕ੍ਰਾਈਮ ਦੀ। ਜੇਕਰ ਮੈਂ ਤੁਹਾਡੀ ਜਰਨੀ ਦੀ ਗੱਲ ਕੀਤਾ, ਜਦੋਂ ਅਸੀਂ ਸਟਾਰਟ ਕੀਤਾ ਸੀ ਸਭ ਤੋਂ ਪਹਿਲਾਂ ਕਿ ਕਿੰਨਾ ਖੂਬਸੂਰਤ ਸਫ਼ਰ ਰਿਹਾ। ਹਰ ਖੂਬਸੂਰਤ ਸਫ਼ਰ ਇੱਕ ਔਕੜਾਂ ਨਾਲ ਭਰਿਆ ਹੁੰਦਾ ਹੈ, ਚੈਲੰਜਸ ਨਾਲ, ਸਟਰਗਲਸ ਦੇ ਨਾਲ। ਤੁਸੀਂ ਉਹ ਔਕੜਾਂ ਕਿਹੜੀਆਂ ਸਨ ਤੇ ਉਹਨਾਂ ਨੂੰ ਕਿਵੇਂ ਓਵਰਕਮ ਕੀਤਾ? ਮੈਂ ਇਹ ਕਹਾਂਗੀ ਕਿ ਜ਼ਿੰਦਗੀ ਵਿੱਚ ਰੋਲ ਮਾਡਲ ਹੋਣੇ ਬੜੇ ਜ਼ਰੂਰੀ ਨੇ। ਔਕੜਾਂ ਤੇ ਆਉਂਦੀਆਂ ਨੇ। ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਮੈਂ ਉੱਠ ਕੇ ਆਈ ਤੇ ਇੱਕ ਗੱਲ ਬੜੀ ਛੇਤੀ ਸਮਝ ਆ ਗਈ, ਮੈਂ ਅੱਜ ਸਾਰਿਆਂ ਨਾਲ ਸਾਂਝਾ ਕਰਨਾ ਚਾਹਾਂਗੀ ਕਿ ਜੇ ਤੁਹਾਨੂੰ ਘਰ ਦੇ ਵਿੱਚੋਂ ਆਤਮ ਵਿਸ਼ਵਾਸ ਮਿਲਿਆ ਹੋਵੇ, ਤੁਹਾਨੂੰ ਪੇਰੈਂਟਸ ਨੇ ਭਰੋਸਾ ਦਿੱਤਾ ਹੋਵੇ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਹਾਡੇ ਅੰਦਰ ਇਹ ਕੌਨਫੀਡੈਂਸ ਹੋਵੇ, ਤੇ ਬਹੁਤ ਵੱਡੀਆਂ ਔਕੜਾਂ ਵੀ ਸਰ ਹੋ ਜਾਂਦੀਆਂ ਨੇ। ਮੇਰੇ ਲਈ ਪਹਿਲੀ ਖੁਸ਼ਕਿਸਮਤੀ ਸੀ ਕਿ ਮੇਰੀ ਮਾਂ ਉਹ ਮਾਂ ਸੀ ਜਿਹਦੇ ਵਰਗੀ ਸ਼ਾਇਦ ਦੁਨੀਆ ਤੇ ਹੋਰ ਕੋਈ ਮਾਂ ਨਹੀਂ। ਮੈਂ ਕਹਾਂਗੀ ਪਾਕ ਪਵਿੱਤਰ ਮੂਰਤ। ਮੈਂ ਹੁਣੇ ਕੁਝ ਦਿਨ ਪਹਿਲਾਂ ਆਪਣੀ ਮਾਂ ਨੂੰ ਖੋਇਆ ਹੈ। ਪਰ ਕਮਾਲ ਦੀ ਗੱਲ ਹੈ ਕਿ ਸੰਸਾਰ ਦਾ ਹਰ ਇਨਸਾਨ ਇਹ ਕਹਿੰਦਾ ਕਿ ਉਹਨਾਂ ਵਰਗੀ ਕੋਈ ਔਰਤ ਨਹੀਂ। ਉਹ ਇੰਨੇ ਪਿਆਰ ਦੇ ਭਰੇ ਸਨ, ਉਹ ਇੰਨੇ ਸੱਚੇ ਸੁੱਚੇ ਸਨ, ਇੰਨਾ ਉਹਨਾਂ ਦਾ ਕਲਾਵਾ ਵੱਡਾ ਸੀ ਕਿ ਹਰ ਕੋਈ ਉਹਨਾਂ ਦੇ ਕੋਲ ਆ ਕੇ ਸੁਰੱਖਿਅਤ ਮਹਿਸੂਸ ਕਰਦਾ ਸੀ। ਔਰ ਬਹੁਤ ਪੁਰਾਣੇ ਤੋਂ ਪੁਰਾਣੇ ਲੋਕ ਤੇ ਉਹਨਾਂ ਦੀਆਂ ਪੋਤੀਆਂ ਵੀ ਇਹ ਕਹਿੰਦੀਆਂ ਨੇ ਕਿ ਅਸੀਂ ਵੱਡੇ ਮੰਮਾ
ਦੇ ਸਭ ਤੋਂ ਨੇੜੇ ਸੀ, ਸਾਨੂੰ ਸਭ ਤੋਂ ਜ਼ਿਆਦਾ ਉਹ ਜਾਣਦੇ ਸੀ। ਸਾਡੇ ਵੱਡੇ ਮੰਮਾ ਜ਼ਿਆਦਾ ਮਾਡਰਨ ਸੀ, ਉਹ ਇੰਨੇ ਫਲੈਕਸੀਬਲ ਸੀ ਕਿ ਹਰ ਰੂਹ ਦੇ ਅੰਦਰ ਉਤਰ ਜਾਂਦੇ ਸੀ ਤੇ ਰੱਜ ਕੇ ਪਿਆਰ ਨਿੱਘ ਸਭ ਨੂੰ ਦਿੰਦੇ ਸੀ। ਇਵੇਂ ਕਿ ਜਿਵੇਂ ਪੰਜਾਬੀ ਵਿਹੜੇ ਦੀ ਅਪਣੱਤ ਪ੍ਰਾਹੁਣਚਾਰੀ ਮਸ਼ਹੂਰ ਹੈ, ਤੇ ਮੈਂ ਕਹਾਂਗੀ ਮੇਰੀ ਮਾਂ ਉਸ ਅਪਣੱਤ ਦੀ ਇੱਕ ਮਿਸਾਲ ਸੀ। ਕੋਈ ਬਹੁਤ ਵੱਡਾ ਹੋਣਾ ਜਾਂ ਬਹੁਤ ਪੈਸਿਆਂ ਵਾਲਾ ਹੋਣਾ ਲੋੜੀਂਦਾ ਨਹੀਂ ਹੁੰਦਾ ਇੱਕ ਚੰਗਾ ਇਨਸਾਨ ਬਣਨ ਲਈ, ਪਰ ਮੈਨੂੰ ਮਾਣ ਹੈ ਕਿ ਉਸ ਮਾਂ ਕੋਲੋਂ ਮੈਨੂੰ ਇੱਕ ਉਹ ਰੋਲ ਮਾਡਲ ਮਿਲਿਆ ਹੈ ਕਿ ਸ਼ਾਇਦ ਅਸੀਂ ਉਹਦੇ ਵਰਗੇ ਕਦੇ ਬਣ ਸਕੀਏ। ਇੰਨਾ ਪਿਆਰ ਉਹਨਾਂ ਨੇ ਜਿੰਨਾ ਧੀ ਨੂੰ ਦਿੱਤਾ ਹੈ, ਆਪਣੀ ਨੂੰਹ ਨੂੰ ਉਸ ਤੋਂ ਵੱਧ ਕੇ ਦਿੱਤਾ ਹੈ। ਔਰ ਆਖਰੀ ਸਾਹ ਤੱਕ ਮੈਂ ਵੇਖਿਆ ਹੈ ਕਿ ਉਹ ਤੰਗ ਸੀ, ਉਹ ਬਿਮਾਰ ਸੀ, ਉਹਨਾਂ ਦੀ ਨੂੰਹ ਤੇ ਉਹ ਆਪਣਾ ਬ੍ਰੇਕਫਾਸਟ ਇਕੱਠੇ ਬਹਿ ਕੇ ਕਰ ਰਹੇ ਸੀ। ਭਾਵੇਂ ਉਹਦੇ ਅੰਦਰ ਇੱਕ ਚਮਚ ਵੀ ਜਾ ਰਿਹਾ ਸੀ, ਉਹਨਾਂ ਨੂੰ ਦਿਨ ਦੀ ਨੂੰਹ ਕਹਿ ਰਹੀ ਸੀ ਕਿ ਮੰਮੀ ਆਪਾਂ ਕਦੀ ਵੀ ਅਲੱਗ ਹੋ ਕੇ ਬ੍ਰੇਕਫਾਸਟ ਨਹੀਂ ਕੀਤਾ। ਇਹ ਬਹੁਤ ਵੱਡੀ ਕਮਾਈ ਮੈਨੂੰ ਉਸ ਘਰ ਦੀ ਲੱਗਦੀ ਹੈ। ਮੇਰੇ ਬ੍ਰਦਰ ਭਾਬੀ, ਮੇਰੀਆਂ ਭਤੀਜੀਆਂ ਨੇ ਆਪਣਾ ਸਭ ਕੁਝ ਛੱਡ ਕੇ ਦਾਦੀ ਨੂੰ ਆਖਰੀ ਮਹੀਨਿਆਂ ਵਿੱਚ ਉਹ ਨਿੱਘ, ਉਹ ਪਿਆਰ ਦਿੱਤਾ ਹੈ ਜੋ ਕਿਸੇ ਬਹੁਤ ਵੱਡੇ ਖੁਸ਼ਕਿਸਮਤ ਇਨਸਾਨ ਨੂੰ ਮਿਲ ਸਕਦਾ ਹੈ। ਦੂਸਰਾ ਮੈਂ ਕਹਾਂਗੀ ਕਿ ਸਹੁਰੇ ਪਰਿਵਾਰ ਵਿੱਚ ਮੇਰੇ ਸਹੁਰਾ ਸਾਹਿਬ ਸੇਵਾ ਦੀ ਮੂਰਤ ਸੀ, ਉਹਨਾਂ ਕੋਲੋਂ ਮੈਨੂੰ ਬਹੁਤ ਸਾਰੀ ਸਪੋਰਟ ਮਿਲੀ। ਤੀਸਰਾ ਮੈਂ ਕਹਾਂਗੀ ਚੈਲੰਜਸ ਇੰਜ ਵੀ ਆਉਂਦੇ ਨੇ, ਜਿਵੇਂ ਮੇਰਾ ਪਹਿਲਾ ਵਿਦੇਸ਼ ਦੌਰਾ ਜਿਹੜਾ ਮੈਨੂੰ ਬ੍ਰਿਟਿਸ਼ ਹਾਈ ਕਮਿਸ਼ਨ ਨੇ ਦਿੱਤਾ ਸੀ, ਉਹਦੇ ਜਾਣ ਲਈ ਮੇਰੇ ਬੱਚੇ ਛੋਟੇ ਛੋਟੇ ਸਨ, ਮੇਰੇ ਘਰ ਵਿੱਚ ਵੀ ਚੈਲੰਜਸ ਸਨ, ਪਰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਹਸਬੈਂਡ ਨੇ ਕਦੋਂ ਵਿੱਚ ਆ ਕੇ ਪਰਿਵਾਰ ਦੇ ਦੂਜੇ ਲੋਕਾਂ ਨੂੰ ਸਮਝਾ ਦਿੱਤਾ, ਆਪਣੇ ਮਦਰ ਨੂੰ ਵੀ ਸਮਝਾ ਦਿੱਤਾ ਕਿ ਇੰਨੀ ਵੱਡੀ ਓਪਰਚੁਨਿਟੀ ਇਹਨੂੰ ਅਸੀਂ ਨਹੀਂ ਦੇ ਸਕਦੇ ਤੇ ਇਹਦੇ ਕੋਲ ਆਪ ਆਈ ਹੈ, ਇਹਨੂੰ ਅਸੀਂ ਰੋਕਾਂਗੇ ਤੇ ਅਸੀਂ ਇਹਦੇ ਦੁਸ਼ਮਣ ਹੋਵਾਂਗੇ, ਇਹਨਾਂ ਨੂੰ ਜਾਣ ਦਿਓ। ਔਰ ਮੈਨੂੰ ਇਹ ਗੱਲ ਬਹੁਤ ਸਾਲਾਂ ਬਾਅਦ ਪਤਾ ਲੱਗੀ। ਮੈਂ ਜ਼ਰੂਰ ਕਹਾਂਗੀ ਕਿ ਬੜਾ ਜ਼ਰੂਰੀ ਹੈ ਸਮਾਜ ਵਿੱਚ ਕਦਮ ਰੱਖਣ ਤੋਂ ਪਹਿਲਾਂ ਤੁਹਾਡੀ ਇੱਕ ਅੰਡਰਸਟੈਂਡਿੰਗ ਹੋਵੇ ਆਪਸੀ। ਇਹ ਅੰਡਰਸਟੈਂਡਿੰਗ ਪਹਿਲੇ ਦਿਨੋਂ ਨਹੀਂ ਬਣਦੀ, ਤੁਹਾਡਾ ਆਪਣੇ ਅਕੀਦੇ 'ਚ ਪੂਰਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਨੂੰ ਛੋਟੇ ਛੋਟੇ ਕਦਮ ਚੁੱਕਣੇ ਹੁੰਦੇ ਆ, ਜਿਵੇਂ ਮੈਂ ਵੀ ਇਹ ਕਦਮ ਚੱਕੇ ਆਪਣੇ ਬੱਚਿਆਂ ਨੂੰ ਵੈਲਿਊ ਕਲਚਰ ਸਿਖਾਉਣ ਦੇ ਬਹਾਨੇ ਘਰੋਂ ਨਿਕਲੀ ਤੇ ਮੈਂ ਆਪਣੇ ਬੱਚਿਆਂ ਨੂੰ ਗੁਰਮਤਿ ਕਲਾਸਾਂ ਸਿਖਾਉਣ ਸੀ, ਪਰ ਹੌਲੀ ਹੌਲੀ ਮੇਰਾ ਪਰਿਵਾਰ ਵੀ ਵੱਡਾ ਹੋਇਆ, ਹੌਲੀ ਹੌਲੀ ਮੇਰੀਆਂ ਐਕਟੀਵਿਟੀਜ਼ ਇੰਨੀਆਂ ਖੂਬਸੂਰਤ ਹੋਈਆਂ ਜਿਨ੍ਹਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਸੀ, ਔਰ ਮੇਰੀ ਘਰ ਦੀ ਸਪੋਰਟ ਵੀ ਹੌਲੀ ਹੌਲੀ ਵੱਡੀ ਹੋ ਗਈ। ਔਰ ਕਿਸ ਦਿਨ ਪੂਰਾ ਚੰਡੀਗੜ੍ਹ ਮੇਰਾ ਘਰ ਬਣ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਨੂੰ ਇਹੀ ਸਮਝ ਆਇਆ, ਪੋਲੀਟੀਕਲ ਏਰੀਆ ਕਿਤੇ ਮੇਰੇ ਨੇੜੇ ਤੇੜੇ ਨਹੀਂ ਸੀ, ਪਰ ਪੋਲੀਟੀਕਲ ਏਰੀਆ 'ਚ ਵੀ ਜਦੋਂ ਮੈਂ ਗਈ ਉੱਥੇ ਜਾ ਕੇ ਚੈਲੰਜਸ ਆਏ ਕਿ ਕਹਿੰਦੇ ਹੈ ਕਿ ਪੋਲੀਟੀਕਲ ਦੁਨੀਆ ਬੜੀ ਤਿਲਕਣਬਾਜ਼ੀ ਵਾਲੀ ਹੁੰਦੀ ਹੈ, ਪਰ ਉੱਥੇ ਵੀ ਜਦੋਂ ਮੈਂ ਸੱਚ ਤੇ ਪਹਿਰਾ ਦਿੱਤਾ ਉਦੋਂ ਹੀ ਵੱਡੀਆਂ ਨਿਆਮਤਾਂ ਮੇਰੀਆਂ ਝੋਲੀ ਪਈਆਂ। ਬੀਇੰਗ ਇਨ ਐਬਸੋਲੂਟ ਮਾਈਨੋਰਿਟੀ, ਮੈਨੂੰ ਚੰਡੀਗੜ੍ਹ ਦੇ ਮੇਅਰ ਹੋਣ ਦਾ 2 ਵਾਰੀ ਮਾਣ ਮਿਲਿਆ। ਇਹ ਕਰਾਮਾਤ ਤੋਂ ਘੱਟ ਨਹੀਂ ਸੀ, ਪਰ ਇਹ ਕਰਾਮਾਤ ਸਿਰਫ ਇਸ ਕਰਕੇ ਮੇਰੇ ਜੀਵਨ 'ਚ ਹੋਈ ਕਿ ਮੈਂ ਸੱਚ ਦਾ ਪੱਲਾ ਫੜਿਆ, ਔਰ ਸੱਚ ਤੇ ਖੜੇ ਹੁੰਦਿਆਂ ਮੈਂ ਆਪਣੀ ਕਮਿਟਮੈਂਟ ਨੂੰ ਇਮਾਨਦਾਰੀ ਨਾਲ ਨਿਭਾਇਆ। ਔਰ ਮੈਂ ਇਹੀ ਜ਼ਰੂਰ ਕਹੂੰਗੀ ਕਿ ਜੇ ਤੁਸੀਂ ਆਪ ਅੰਦਰੋਂ ਕਲੀਅਰ ਹੋ, ਕਮਿਟਡ ਹੋ ਤੇ ਕੰਟਰੀਬਿਊਟ ਕਰਨ ਲਈ ਰੈਡੀ ਹੋ, ਫਿਰ ਤਾਂ ਸਕਾਈ ਇਜ਼ ਦ ਲਿਮਿਟ ਟੂ ਰਾਈਜ਼। ਬਿਲਕੁਲ। ਬੱਚਿਆਂ ਦੀ ਅਸੀਂ ਜਿਵੇਂ ਗੱਲ ਕੀਤੀ, ਅਗਰ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ, ਆਪਾਂ ਪਹਿਲਾਂ ਵੀ ਵਿੱਚ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ ਕਿ ਬੱਚਿਆਂ ਦਾ ਬਚਪਨਾ ਉਹ ਕਿੱਥੇ ਲੋਪ ਹੁੰਦਾ ਜਾ ਰਿਹਾ, ਗੁੰਮ ਹੁੰਦਾ ਜਾ ਰਿਹਾ। ਉਹਦਾ ਰੀਜ਼ਨ ਕੀ ਹੈ? ਅੱਜ ਕੱਲ੍ਹ ਘਰ ਜੇਕਰ ਮਾਪਿਆਂ ਦੀ ਗੱਲ ਕਰੀਏ, ਮਾਪੇ ਆਪਣੀ ਮਿਸਅੰਡਰਸਟੈਂਡਿੰਗ ਕਾਰਨ ਉਹ ਰਿਸ਼ਤਾ ਨਹੀਂ ਬਣਾ ਪਾ ਰਹੇ ਆਪਣੇ ਆਪ ਵਿੱਚ। ਜੇ ਹਸਬੈਂਡ ਵਾਈਫ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਜੜ ਕਿਤੇ ਓਨੈਸਟੀ, ਲੋਇਲਟੀ ਦੀ ਉਹ ਕਿਤੇ ਨਾ ਕਿਤੇ ਖਤਮ ਹੋ ਗਈ ਹੈ, ਜਿਸ ਦਾ ਅਸਰ ਬੱਚਿਆਂ 'ਤੇ ਪੈਂਦਾ ਹੈ। ਅਤੇ ਤੁਹਾਡੇ ਕੋਲ ਕੁਝ ਇਹੋ ਜਿਹੇ ਬੱਚੇ ਆਉਂਦੇ ਨੇ ਜਾਂ ਉਹਨਾਂ ਨੂੰ ਕਿੱਦਾਂ ਦੀ ਕਾਉਂਸਲਿੰਗ ਦੀ ਲੋੜ ਹੈ, ਕਿਹੜੇ ਸਟੈਪਸ ਚੱਕਣੇ ਚਾਹੀਦੇ ਨੇ? ਬੱਚਿਆਂ ਤੋਂ ਪਹਿਲਾਂ ਮੈਂ ਕਹਾਂਗੀ, ਤੁਸੀਂ ਗੱਲ ਕਰ ਦਿੱਤੀ ਮਾਪਿਆਂ ਦੀ ਆਪਸੀ ਅੰਡਰਸਟੈਂਡਿੰਗ ਨਹੀਂ ਹੁੰਦੀ। ਜਦੋਂ ਹਸਬੈਂਡ ਵਾਈਫ ਦਾ ਰਿਸ਼ਤਾ ਟਰਸਟਵਰਦੀ ਨਹੀਂ ਹੈ, ਉਦੋਂ ਚਾਈਲਡ ਦੇ ਕੋਲੋਂ ਤੁਸੀਂ ਕੀ ਉਮੀਦ ਕਰੋਗੇ, ਹੈ ਨਾ? ਉਹਦੇ 'ਚੋਂ ਤੁਸੀਂ ਭਰੋਸੇ ਦੀ ਆਸ ਹੀ ਨਹੀਂ ਰੱਖ ਸਕਦੇ। ਸੋ ਪਹਿਲਾਂ ਤਾਂ ਲੋੜ ਹੈ ਕਿ ਅਸੀਂ ਮੈਰਿਜ ਤੋਂ ਪਹਿਲਾਂ ਪ੍ਰੀ ਮੈਰਿਜ ਕਾਉਂਸਲਿੰਗ ਕਰੀਏ, ਫੈਮਿਲੀ ਇੰਸਟੀਟਿਊਸ਼ਨ ਦੀਆਂ ਵੈਲਿਊਜ਼ ਨੂੰ ਪਹਿਲਾਂ ਸਮਝੀਏ ਤੇ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ 4 ਲਾਵਾਂ ਨੂੰ ਘੋਟ ਕੇ ਅੰਦਰ ਪਾ ਲਈਏ ਪਹਿਲਾਂ, ਕਿਉਂਕਿ ਇਹ ਸਫ਼ਰ ਤੇ ਜ਼ਿੰਦਗੀ ਦੀ ਅਲਟੀਮੇਟ ਉਚਾਈ ਨੂੰ ਪ੍ਰਾਪਤ ਕਰਨ ਲਈ ਹੈ। ਪਰ ਇੱਕ ਮੀਡੀਅਮ ਹੈ, ਮੇਲ ਐਂਡ ਫੀਮੇਲ ਵਿਰਚੂਜ਼ ਨੂੰ ਬਲੈਂਡ ਕਰਕੇ ਅਸੀਂ ਉਹਦੇ ਵਿੱਚ ਖੂਬਸੂਰਤ ਇੱਕ ਜੋਤ, ਉਹ ਇਨਸਾਨ ਕੱਢਣਾ ਹੈ। ਪਹਿਲਾਂ ਤੇ ਅਸੀਂ ਆਪ ਅਵੇਅਰ ਵੀ ਹੋਈਏ, ਕੌਨਸ਼ੀਅਸ ਵੀ ਹੋਈਏ ਤੇ ਤਿਆਰ ਵੀ ਹੋਈਏ ਇਮਾਨਦਾਰੀ ਨਾਲ ਇੱਕ ਦੂਜੇ ਨੂੰ ਸਮਰਪਣ ਦੇਣ ਲਈ। ਉਸ ਤੋਂ ਬਾਅਦ ਜਿਹੜੀ ਬੱਚਿਆਂ ਦੀ ਗੱਲ ਤੁਸੀਂ ਕੀਤੀ ਹੈ, ਉਹ ਬੜਾ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਬੱਚਿਆਂ ਨੂੰ ਟਾਈਮ ਦੇਈਏ, ਦੂਜਾ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਾ ਕਰੀਏ।
ਬੱਚਿਆਂ ਨੂੰ ਇੱਕ ਸੁਖਾਵਾਂ ਮਾਹੌਲ ਦਈਏ ਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦੇ ਮੁਤਾਬਕ ਅੱਗੇ ਵਧਣ ਦੇ ਮੌਕੇ ਵੀ ਦਈਏ। ਅਕਸਰ ਅਸੀਂ ਬੱਚਿਆਂ ਦੇ ਏਜੰਡੇ ਆਪ ਤੈਅ ਕਰਨੇ ਸ਼ੁਰੂ ਕਰ ਦਿੰਦੇ ਹਾਂ, ਆਪ ਉਹਨਾਂ ਦੇ ਲਈ ਪ੍ਰੋਫੈਸ਼ਨਲ ਕੈਰੀਅਰ ਪਲਾਨ ਕਰਨਾ ਪੈਂਦਾ ਔਰ ਉਹਨਾਂ ਦੇ ਉੱਪਰ ਐਜੂਕੇਸ਼ਨ ਦਾ, ਪ੍ਰੋਫੈਸ਼ਨ ਦਾ ਇੰਨਾ ਬੋਝ ਪਾ ਦਿੰਦੇ ਆ ਕਿ ਕਈ ਵਾਰੀ ਬੱਚੇ ਉਹਦੇ 'ਚ ਦਬ ਕੇ ਆਪਣਾ ਆਪ ਖਤਮ ਕਰ ਲੈਂਦੇ ਨੇ। ਅੱਜ ਬੱਚੇ ਕਿੰਨੇ ਮੈਂਟਲ ਪ੍ਰੈਸ਼ਰ, ਕਿਉਂਕਿ ਇੰਨੀਆਂ ਗੈਜਟਸ ਬੱਚਿਆਂ ਦੇ ਕੋਲ ਅਵੇਲੇਬਲ ਨੇ, ਇੰਨਾ ਵੱਡਾ ਐਕਸਪੋਜ਼ਰ ਬੱਚਿਆਂ ਨੂੰ ਸਾਹਮਣੇ ਦਿਖ ਲਿਆ। ਅੱਜ ਗਲੋਬਲੀ ਨਿਟਡ ਹੋ ਕੇ ਦੇਖੋ, ਸਾਇੰਸ ਟੈਕਨੋਲੋਜੀ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ। ਬਹੁਤ ਫਾਇਦੇ ਹੋਏ ਕਿ ਅਸੀਂ ਸੰਸਾਰ ਨਾਲ ਕਨੈਕਟ ਹੋ ਗਏ, ਬਹੁਤ ਵੱਡਾ ਨੁਕਸਾਨ ਹੋਇਆ ਕਿ ਸੰਸਾਰ ਦੇ ਉਸ ਯੂਨਿਟ ਵਿੱਚ, ਗਲੋਬ ਵਿੱਚ ਅਸੀਂ ਕਹਿੰਦੇ ਕਿ ਸੰਸਾਰ ਇੱਕ ਪਿੰਡ ਹੈ ਤੇ ਉਹਦੇ 'ਚ ਮੈਂ ਕਿੱਥੇ ਹਾਂ, ਅਸੀਂ ਗੁਆਚ ਹੀ ਗਏ ਹਾਂ, ਸਾਡੀ ਹੋਂਦ ਗੁਆਚ ਗਈ ਹੈ। ਤਾਂ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੇ ਆਪ ਨੂੰ ਸਮਝਣ ਵਿੱਚ ਅਸੀਂ ਮਦਦ ਕਰੀਏ, ਉਹਨਾਂ ਨੂੰ ਸੁਖਾਵਾਂ ਮਾਹੌਲ ਦਈਏ, ਉਹਨਾਂ ਦੀ ਸੁਖਾਵੀਂ ਗਰੋਥ ਕਰੀਏ ਤੇ ਹਰ ਚੈਲੰਜ ਨੂੰ ਮੀਟ ਕਰਨ ਲਈ ਉਹਨਾਂ ਨੂੰ ਪਹਿਲਾਂ ਤੋਂ ਤਿਆਰ ਕਰੀਏ। ਪ੍ਰੈਸ਼ਰਾਈਜ਼ ਨਾ ਕਰੀਏ, ਥੋੜੀ ਫਰੀडम ਵੀ ਦਈਏ, ਥੋੜੀ ਕਾਉਂਸਲਿੰਗ ਵੀ ਦਈਏ। ਲੇਕਿਨ ਅੱਜ ਕੱਲ੍ਹ ਉਹ ਸਿੱਖਿਆਵਾਂ, ਉਹ ਗਿਆਨ, ਉਹ ਟਾਈਮ ਫੈਮਿਲੀ ਕਿੱਥੇ ਦੇ ਪਾਉਂਦੀ ਹੈ? ਮਾਵਾਂ ਦੀ ਜੇਕਰ ਗੱਲ ਕੀਤੀ ਜਾਵੇ, 3 ਮਹੀਨੇ ਦਾ ਬੱਚਾ ਆਉਂਦਾ, ਮਾਵਾਂ ਛੱਡ ਕੇ ਆਪਣੀ ਨੌਕਰੀਆਂ ਤੇ ਪਰਤ ਜਾਂਦੀਆਂ ਨੇ, ਪਿਓ ਹੈ ਉਹ ਵੀ ਆਪਣੀ ਨੌਕਰੀ ਤੇ ਚਲੇ ਜਾਂਦੇ ਨੇ। ਗ੍ਰੈਂਡ ਪੇਰੈਂਟਸ ਦੀ ਜੇਕਰ ਗੱਲ ਕੀਤੀ ਜਾਵੇ, ਹਰ ਫੈਮਿਲੀ ਜੁਆਇੰਟ ਫੈਮਿਲੀ ਨਹੀਂ ਹੁੰਦੀ। ਅੱਜ ਕੱਲ੍ਹ ਜ਼ਿਆਦਾਤਰ ਵੇਖਿਆ ਗਿਆ ਕਿ ਕੁੜੀ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਅਲੱਗ ਆਪਣੀ ਨੌਕਰੀਆਂ ਦੇ ਲਈ ਦੂਜੇ ਸ਼ਹਿਰ 'ਚ ਜਾਂ ਦੂਜੀ ਕੰਟਰੀ ਚਲੇ ਜਾਂਦੇ ਨੇ, ਤਾਂ ਪੇਰੈਂਟਸ ਅਲੱਗ ਰਹਿੰਦੇ ਨੇ। ਤਾਂ ਬੱਚਿਆਂ ਦਾ ਜਿਹੜਾ ਕਲਚਰ ਹੈ ਜਾਂ ਜੋ ਉਹਨਾਂ ਨੂੰ ਮਿਲਦਾ ਸੀ, ਸਿੱਖਿਆਵਾਂ ਮਿਲਦੀ ਸੀ, ਉਹ ਕਿਤੇ ਅੱਜ ਕੱਲ੍ਹ ਨਹੀਂ ਮਿਲ ਰਹੀ। ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ, ਕੁਝ ਸਾਲ ਪਹਿਲਾਂ ਮੈਂ ਮੈਲਬੌਰਨ ਗਈ ਸੀ ਇੱਕ ਕੈਂਪ ਦੇ ਲਈ। ਉੱਥੇ ਮੈਂ ਘਰਾਂ ਦੇ ਵਿੱਚ ਜੋ ਕਲਚਰ ਦੇਖਿਆ, ਮੈਂ ਇੰਗਲੈਂਡ, ਕੈਨੇਡਾ, ਅਮਰੀਕਾ ਸਭ ਕੰਟਰੀਜ਼ 'ਚ ਘੁੰਮੀ ਹਾਂ ਕਿਉਂਕਿ ਰੀਸੈਂਟਲੀ ਡਿਵੈਲਪ ਕੰਟਰੀ ਹੈ। ਮੈਂ ਉੱਥੇ ਵੇਖਿਆ ਯੰਗ ਪ੍ਰੋਫੈਸ਼ਨਲਸ ਗਏ ਨੇ, ਪ੍ਰੋਫੈਸ਼ਨਲੀ ਗਏ ਨੇ, ਔਰ ਯੰਗ ਬੱਚੇ, ਯੰਗ ਕਪਲਸ ਨੇ, ਉਹਦੇ ਛੋਟੇ ਛੋਟੇ ਬੱਚੇ ਨੇ, ਉਹ ਬੜੇ ਕੌਨਸ਼ੀਅਸ ਨੇ, ਸ਼ੁਰੂ ਤੋਂ ਹੀ ਬੜੇ ਕੌਨਸ਼ੀਅਸ ਨੇ ਕਿ ਅਸੀਂ ਡਿਫਰੈਂਟ ਕੰਟਰੀਜ਼ 'ਚ ਹਾਂ, ਡਿਫਰੈਂਟ ਕਲਚਰ 'ਚ ਹਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ। ਐਸਾ ਕਮਾਲ ਮੈਂ ਘਰਾਂ ਵਿੱਚ ਵੇਖਿਆ ਹੈ ਕਿ ਘਰਾਂ ਦੀ ਐਂਟਰੀ ਤੇ ਲੋਕਾਂ ਨੇ ਕਮਰਾ ਬਣਾਇਆ ਹੈ, ਬਾਬਾ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਘਰਾਂ ਦੇ ਵਿੱਚ। ਮਤਲਬ ਮਾਹੌਲ ਇੰਨਾ ਖੂਬਸੂਰਤ ਉਹਨਾਂ ਨੇ ਬਣਾਇਆ ਹੈ ਕਿ ਪਹਿਲਾਂ ਨਿਤਨੇਮ ਇਕੱਠੇ ਕਰਨਾ, ਫਿਰ ਬ੍ਰੇਕਫਾਸਟ ਕਰਨਾ ਹੈ, ਸਾਰਾ ਦਿਨ ਆਪਣੇ ਕੰਮ ਕਰਨੇ ਹੈ, ਸ਼ਾਮ ਨੂੰ ਰਹਿਰਾਸ ਸਾਹਿਬ ਵੇਲੇ ਇਕੱਠੇ ਹੋਣਾ ਹੈ। ਔਰ ਘਰਾਂ ਦੇ ਵਿੱਚ ਹਾਰਮੋਨੀਅਮ, ਤਬਲੇ ਪਏ ਨੇ, ਬੱਚੇ ਅਰਲੀ ਚਾਈਲਡਹੁੱਡ ਦੇ ਵਿੱਚ ਹੀ ਕੀਰਤਨ ਨਾਲ ਉਹਨੇ ਜੁੜੇ ਹੋਏ ਨੇ। ਫਿਰ ਉਹ ਸਹਿਜ ਪਾਠ ਵੀ ਘਰਾਂ ਦੇ ਵਿੱਚ ਆਰੰਭ ਕੀਤੇ ਹੋਏ ਨੇ। ਔਰ ਇਸ ਤੋਂ ਇਲਾਵਾ ਛੁੱਟੀਆਂ ਦੇ ਵਿੱਚ ਉਹ ਮਿਲ ਕੇ ਕੈਂਪਸ ਲਗਾ ਰਹੇ ਨੇ, ਜਿਹਦੇ ਵਿੱਚ ਪੇਰੈਂਟਸ ਤੇ ਬੱਚੇ ਰਲ ਕੇ ਕੈਂਪਸ ਦੇ ਵਿੱਚ ਆਪਣੀਆਂ ਕਲਚਰ, ਆਪਣਾ ਰਿਲੀਜਨ, ਆਪਣੀਆਂ ਰੂਟਸ ਦੇ ਨਾਲ ਅਟੈਚ ਹੋ ਰਹੇ ਨੇ। ਮੈਨੂੰ ਬੜੀ ਖੂਬਸੂਰਤ ਮਿਸਾਲ ਲੱਗੀ। ਮੈਨੂੰ ਲੱਗਿਆ ਕਿ ਹਾਂ, ਪਿਛਲੀ ਸਦੀ ਦੇ ਵਿੱਚ ਸ਼ਾਇਦ ਪੇਰੈਂਟਸ ਇਹ ਕਰਨਾ ਭੁੱਲ ਗਏ ਤੇ ਅੱਜ ਦੇ ਯੰਗ ਪੇਰੈਂਟਸ ਨੇ ਕੌਨਸ਼ੀਅਸ ਹੋ ਕੇ ਦੇਖ ਲਿਆ ਹੈ ਕਿ ਬੜੇ ਖਤਰਨਾਕ ਨਤੀਜੇ ਸਾਡੇ ਸਾਹਮਣੇ ਆ ਰਹੇ ਨੇ ਜਦੋਂ ਅਸੀਂ ਅਣਗਹਿਲੀ ਕੀਤੀ ਹੈ। ਅਸਲੀ ਖਜ਼ਾਨਾ ਤਾਂ ਸਾਡੇ ਬੱਚੇ ਨੇ। ਬਿਲਕੁਲ, ਦੁਨੀਆ ਦਾ ਖਜ਼ਾਨਾ ਇਕੱਠਾ ਕਰਨ ਤੋਂ ਪਹਿਲਾਂ ਜੇ ਅਸੀਂ ਇਹਨਾਂ ਨੂੰ ਠੀਕ ਤਰ੍ਹਾਂ ਗਰੂਮ ਕਰ ਲਵਾਂਗੇ ਤੇ ਖੂਬਸੂਰਤ ਮਹਿਲ ਉਸਰਨਗੇ। ਇਹ ਸਾਡੇ ਬੱਚੇ, ਇਹ ਸਾਡੇ ਜਿਹੜਾ ਕਲਚਰ ਨੂੰ ਵੀ ਪ੍ਰਮੋਟ ਕਰਨਗੇ ਔਰ ਸਾਡੇ ਭਵਿੱਖ ਦੇ ਵੀ ਖੂਬਸੂਰਤ ਜਾਮਨ ਬਣਨਗੇ। ਔਰ ਸਾਨੂੰ ਵੀ ਇੱਥੇ ਇਸੇ ਗੱਲ ਦੀ ਲੋੜ ਹੈ, ਕਹਿੰਦੇ ਦੀਵੇ ਥੱਲੇ ਹਨੇਰਾ ਹੈ। ਅਸੀਂ ਇੱਥੇ ਰਹਿ ਕੇ ਅੱਜ ਸਾਡੇ ਆਲੇ ਦੁਆਲੇ ਡਰੱਗਸ ਇੰਨੇ ਹੋ ਗਏ ਨੇ, ਅੱਜ ਸਾਡੇ ਆਲੇ ਦੁਆਲੇ ਅਸੀਂ ਵਲਗੈਰਿਟੀ ਇੰਨੀ ਜ਼ਿਆਦਾ ਹੈਗੀ ਹੈ। ਸਾਨੂੰ ਖਾਸ ਤੌਰ ਤੇ ਪਿੰਡਾਂ ਵਿੱਚ ਵੇਖੋ, ਵਰਕ ਕਲਚਰ ਖਤਮ ਹੋ ਗਿਆ। ਔਰ ਗੁਰੂ ਸਾਹਿਬ ਦਾ ਤਾਂ ਸੁਣਿਆ ਹੁੰਦਾ ਸੀ, ਜਿਹੜੇ ਹੱਥ ਨਾ ਕਰਦੇ ਕਰ ਦੁਨੀਆ ਉੱਤੇ ਹੁੰਦੇ ਭਾਰ। ਕਿਰਤ ਸੰਸਾਰ ਦਾ ਪਹਿਲਾ ਧਰਮ ਗੁਰੂ ਨਾਨਕ ਸਾਹਿਬ ਨੇ ਕਿਹਾ, ਨਾਮ ਜਪਣਾ ਤੇ ਵੰਡ ਛਕਣਾ, ਉਸ ਤੋਂ ਬਾਅਦ ਤਿੰਨੋਂ ਹੀ ਅਸੂਲ ਦਿੱਤੇ। ਅੱਜ ਕਿਰਤ ਸਾਡੇ ਘਰਾਂ 'ਚੋਂ ਗਵਾਚ ਗਈ ਹੈ। ਕਿੰਨਾ ਚੰਗਾ ਹੋਵੇ ਜੇ ਪਿੰਡਾਂ ਵਿੱਚ ਅੱਜ ਅਸੀਂ ਮੁੜ ਕੇ ਬੱਚਿਆਂ ਨੂੰ ਖੇਤੀਬਾੜੀ ਨਾਲ ਜੋੜੀਏ, ਇੱਦਾਂ ਜੋੜੀਏ ਕਿ ਬੀਜ ਬੋਣ ਲੱਗਿਆਂ ਬੱਚੇ ਨੂੰ ਦਿਖਾਈਏ ਤੇ ਜੀਵਨ ਦੇ ਸੰਕਲਪ ਨੂੰ ਉੱਥੋਂ ਸਮਝਾਈਏ ਕਿ ਬੀਜ ਅਸੀਂ ਬੋਨੇ ਆ, ਕੁਝ ਪੌਦੇ ਉੱਗਦੇ ਨੇ, ਕੁਝ ਜੰਮਣ ਤੋਂ ਪਹਿਲਾਂ ਮਰ ਜਾਂਦੇ ਨੇ, ਕੁਝ ਛੋਟੇ ਮਰ ਜਾਂਦੇ ਨੇ ਤੇ ਕੁਝ ਪੂਰੇ ਉੱਗਦੇ ਨੇ। ਜੇ ਬੱਚਿਆਂ ਨੂੰ ਜੀਵਨ ਦੀ ਸਮਝ ਅਸੀਂ ਪ੍ਰਕਿਰਤੀ ਨਾਲ ਜੋੜ ਕੇ ਦੇਵਾਂਗੇ ਤੇ ਯਕੀਨਨ ਉਹ ਨੇਚਰ ਨੂੰ ਵੀ ਪਿਆਰ ਕਰਨਗੇ, ਮਿੱਟੀ ਨੂੰ ਵੀ ਪਿਆਰ ਕਰਨਗੇ ਤੇ ਫਿਰ ਉਹਨੂੰ ਪੋਲਿਊਟ ਹੋਣ ਤੋਂ ਵੀ ਬਚਾਉਣਗੇ। ਕੀ ਬਾਤ ਹੈ, ਬਹੁਤ ਹੀ ਖੂਬਸੂਰਤ ਗੱਲ ਤੁਸੀਂ ਕਹੀ ਹੈ। ਤੁਹਾਡੇ ਮੈਂ ਕਿਰਦਾਰ ਦੀ ਜੇਕਰ ਗੱਲ ਕਰਾਂ, ਮਾਂ ਦਾ ਕਿਰਦਾਰ ਹੋਵੇ, ਪਤਨੀ ਦਾ ਕਿਰਦਾਰ ਹੋਵੇ, ਧੀ ਦਾ ਕਿਰਦਾਰ ਹੋਵੇ, ਭੈਣ ਦਾ ਕਿਰਦਾਰ ਹੋਵੇ, ਜਾਂ ਪੋਲੀਟੀਕਲ ਕਿਰਦਾਰ ਹੋਵੇ, ਜਾਂ ਕਮਿਸ਼ਨ ਦੀ ਚੇਅਰਪਰਸਨ ਦੇ ਤੌਰ ਤੇ ਕਿਰਦਾਰ ਹੋਵੇ, ਜਾਂ ਸੋਸ਼ਲਾਈਜ਼ ਦੇ ਤੌਰ ਤੇ ਕਿਰਦਾਰ ਹੋਵੇ, ਸਭ ਤੋਂ ਖੂਬਸੂਰਤ ਕਿਰਦਾਰ ਹੁਣ ਤੱਕ ਦਾ ਤੁਹਾਡਾ ਕਿਹੜਾ ਰਿਹਾ? ਪ੍ਰਭਾਨੀ ਜੀ, ਇਹ ਸਵਾਲ ਬੜਾ ਔਖਾ ਹੈ। ਕਿਰਦਾਰ ਤੇ ਬਣਦੇ ਨੇ ਤੇ ਉਮਰਾਂ ਲੱਗਦੀਆਂ ਨੇ, ਅਖੀਰਲੇ ਸਾਹ ਤੇ ਕਿਰਦਾਰ ਦਾ ਪਤਾ ਲੱਗੇਗਾ। ਇੱਕ ਅਰਦਾਸ ਹੈ ਮੇਰੀ ਕਿ ਕਿਤੇ ਅਖੀਰਲੇ ਸਾਹ ਤੇ ਮੈਂ ਕੌਰ ਬਣ ਸਕਾਂ ਤੇ ਖਵਾ ਸਕਾਂ ਕਿ ਦਸ਼ਮੇਸ਼ ਪਿਤਾ ਦੀ ਧੀ ਹੋਣ ਦਾ ਮਾਣ ਮਿਲਿਆ। ਪਰ ਮੈਂ ਜ਼ਰੂਰ ਕਵਾਂਗੀ, ਇਨਸਾਨ ਗਲਤੀਆਂ ਦਾ ਪੁਤਲਾ ਹੈ ਤੇ ਅਣਜਾਣਪੁਣੇ 'ਚ ਅਸੀਂ ਵੀ ਬੜੀਆਂ ਗਲਤੀਆਂ ਕੀਤੀਆਂ। ਬਸ ਜੋ ਕਰ ਰਹੇ ਹਾਂ, ਕੋਸ਼ਿਸ਼ ਹੈ ਕਿ ਜੇ ਧੀਆਂ ਹੁੰਦਿਆਂ ਕੋਈ ਗਲਤੀਆਂ ਹੋਈਆਂ ਤੇ ਅੱਜ ਦੀਆਂ ਧੀਆਂ ਨੂੰ
ਆਪਣੇ ਤਜਰਬਿਆਂ ਤੋਂ ਸੁਨੇਹਾ ਦੇ ਸਕੀਏ। ਜੇ ਮਾਂ ਹੁੰਦਿਆਂ ਕੋਈ ਗਲਤੀ ਹੋਈ ਹੈ ਤੇ ਅੱਜ ਉਹਨਾਂ ਬੱਚਿਆਂ ਦੇ ਮਾਪੇ ਬਣਨ, ਉਹਨਾਂ ਦੀ ਹੀ ਬਾਂਹ ਫੜਨ ਦੀ ਗੱਲ ਕਰੀਏ ਜਿਨ੍ਹਾਂ ਨੂੰ ਮਾਪੇ ਸੁਨੇਹਾ ਦੇਣ ਲਈ ਨਹੀਂ ਹੈਗੇ। ਹਾਂ ਜ਼ਰੂਰ ਇਨ-ਲॉज ਵੱਲੋਂ ਜੇ ਮੈਂ ਕੋਈ ਕਮੀ ਵੇਖਾਂ ਕਿ ਅੱਜ ਨਨਾਣ ਦਾ, ਸੱਸ ਦਾ ਰੋਲ ਇੱਥੇ ਕਮੀ ਵਾਲਾ, ਇਹ ਦੁਖਦਾਈ ਹੈ, ਤੇ ਮੇਰੀ ਡਿਊਟੀ ਹੈ ਕਿਰਦਾਰ ਵਜੋਂ। ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਤੇ ਮੇਰੀ ਭਾਬੀ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਸਹੇਲੀਆਂ ਵਾਂ। ਕੀ ਬਾਤ, ਕੀ ਬਾਤ। ਤੇ ਮੈਂ ਕੋਸ਼ਿਸ਼ ਕਰਾਂਗੀ ਜਿਸ ਦਿਨ ਮੈਨੂੰ ਸੱਸ ਬਣਨ ਦਾ ਮੌਕਾ ਮਿਲੇਗਾ, ਮੈਂ ਇੱਕ ਚੰਗੀ ਮਾਂ ਬਣਨ ਦਾ ਸਬੂਤ ਦੇ ਸਕਾਂ, ਜੋ ਸ਼ਾਇਦ ਮੈਂ ਆਪਣੇ ਬੱਚਿਆਂ ਨੂੰ ਨਾ ਦੇ ਪਾਈ ਹੋਵਾਂ, ਕਿਉਂਕਿ ਉਦੋਂ ਮੈਂ ਹਾਲੇ ਅਣਜਾਣ ਸੀ, ਅਨਭੋਲ ਸੀ। ਪਰ ਇਹ ਲਾਲਚ ਹੈ, ਇਹ ਲਾਲਚ ਰਹੇਗਾ। ਪੈਸ਼ਨੇਟਲੀ ਹਰ ਕੰਮ ਨੂੰ ਕਰੀਏ। ਔਰ ਅਗਲਾ ਸਫ਼ਰ ਦੀ ਤਾਂ ਤਿਆਰੀ ਵੀ ਇਵੇਂ ਕੀਤੀ ਹੈ, ਚਾਈਲਡ ਰਾਈਟ ਕਮਿਸ਼ਨ ਨੂੰ ਇਸ ਲਈ ਜੁਆਇਨ ਕੀਤਾ ਹੈ ਕਿ ਇਸ ਤੋਂ ਬਾਅਦ ਇਸ ਤਜਰਬੇ ਨਾਲ ਕਿਸੇ ਏਰੀਏ 'ਚ ਬੈਠ ਕੇ ਬੱਚਿਆਂ ਨੂੰ ਐਜੂਕੇਟ ਕਰਨ, ਬੱਚਿਆਂ ਨੂੰ ਵੈਲਿਊ ਕਲਚਰ ਦੇਣ, ਤੇ ਕੁਝ ਉਹ ਬੱਚੀਆਂ ਜਿਨ੍ਹਾਂ ਦੇ ਮਾਪੇ ਨਾ ਹੋਣ ਉਹਨਾਂ ਦੇ ਮਾਪੇ ਬਣ ਕੇ ਜੇ ਉਹਨਾਂ ਨੂੰ ਜੀਵਨ ਦਿੰਦਿਆਂ ਆਪਣਾ ਜੀਵਨ ਸਵਾਰ ਸਕੀਏ ਤੇ ਫਿਰ ਆਪਣੇ ਆਪ ਨੂੰ ਵਡਭਾਗਾ ਸਮਝਾਂਗੇ, ਕਵਾਂਗੇ ਕਿਰਦਾਰ ਨੂੰ ਸ਼ੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ, ਇਹ ਬਹੁਤ ਘੱਟ ਲੋਕਾਂ ਦੇ ਨਸੀਬ 'ਚ ਆਉਂਦਾ ਕਿ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆਣਾ ਜਾਂ ਖੁਸ਼ੀ ਲਿਆਣਾ ਕਿਸੇ ਦੀ ਜ਼ਿੰਦਗੀ 'ਚ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਆਪਣੀ ਬਾਕੀ ਦੁਨੀਆ ਦੀ, ਦੇਸ਼ ਦੀਆਂ ਔਰਤਾਂ ਲਈ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ? ਮੈਂ ਕਹਾਂਗੀ ਕਿ ਔਰਤ ਹੋਣਾ ਆਪਣੇ ਆਪ ਵਿੱਚ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਆਓ ਔਰਤ ਬਣਨ ਦੀ ਗੱਲ ਕਰੀਏ, ਬੱਤੀ ਸੁਲੱਖਣੀ ਬਣ ਕੇ ਸੰਸਾਰ ਨੂੰ ਸ਼ਿੰਗਾਰੀਏ। ਤੇ ਜਿੱਥੇ ਕਿਤੇ ਕੌਰ ਹਾਂ, ਮੈਂ ਅੱਜ ਕੌਰ ਪਬਲਿਕ ਸਕੂਲ ਦੇ ਨਾਮ ਤੇ ਸੇਵਾ ਆਰੰਭੀ ਹੋਈ ਹੈ 2 ਸਾਲਾਂ ਤੋਂ ਸਿੱਖ ਮਿਸ਼ਨਰੀ ਕਾਲਜ ਦੇ ਰਾਹੀਂ। ਆਓ ਜੇ ਕਿਤੇ ਅਸੀਂ ਕੌਰ ਧੀਆਂ ਹਾਂ ਤੇ ਸੰਸਾਰ ਦਾ ਬਹੁਤ ਉੱਚਾ ਰੁਤਬਾ ਸਾਨੂੰ ਬਹੁਤ ਪਹਿਲਾਂ ਮਿਲ ਚੁੱਕਾ ਹੈ, ਉਸ ਨੂੰ ਕਮਾਉਣ ਲਈ ਅੱਗੇ ਵਧੀਏ। ਮੁਸ਼ਕਿਲਾਂ ਆਉਣਗੀਆਂ ਪੜ੍ਹਨ ਵੇਲੇ, ਪ੍ਰੋਫੈਸ਼ਨਲ ਕਰੀਅਰ ਬਣਾਉਣ ਵੇਲੇ, ਜਾਂ ਨਵੇਂ ਪਰਿਵਾਰ ਨੂੰ ਮਿਲਣ ਲੱਗਿਆਂ ਵੀ ਇਹਨਾਂ ਮੁਸ਼ਕਿਲਾਂ ਨੂੰ ਮੁਸ਼ਕਿਲ ਨਾ ਸਮਝ ਕੇ, ਇਹਨਾਂ ਨੂੰ ਆਪਣੀ ਲਾਈਫ ਦਾ ਟਰਨਿੰਗ ਪੁਆਇੰਟ ਸਮਝ ਕੇ, ਹੱਸਦਿਆਂ ਖੇਡਦਿਆਂ ਕਲਾਵੇ ਵਿੱਚ ਸਾਰਿਆਂ ਨੂੰ ਲੈ ਕੇ ਮੁਸ਼ਕਿਲਾਂ ਸਰ ਕਰਦਿਆਂ ਅਗਲੀ ਪੜਾਅ 'ਤੇ ਪਹੁੰਚਿਓ, ਕਿਉਂਕਿ ਆਉਂਦੀ ਸਦੀ ਔਰਤ ਦੀ ਹੈ। ਹੁਣ ਤੱਕ ਔਰਤ ਵਾਂਝੀ ਸੀ ਬਹੁਤ ਸਾਰੇ ਅਧਿਕਾਰਾਂ ਤੋਂ, ਹੁਣ ਉਸ ਨੂੰ ਅਧਿਕਾਰ ਮਿਲ ਰਹੇ ਨੇ। ਜੇ ਉਹ ਆਪਣੇ ਫਰਜ਼ਾਂ ਦਾ ਪਟਾਰਾ ਆਪਣੇ ਨਾਲ ਲੈ ਤੁਰੇ, ਬੱਤੀ ਸੁਲੱਖਣੀ ਹੋ ਕੇ ਸੱਚ ਸੰਤਤ ਪੂਤ ਦੀ ਜਨਮਦਾਤੀ ਬਣ ਸਕੇ, ਤੇ ਫਿਰ ਤਾਂ ਉਹ ਸਭ ਪਰਿਵਾਰੇ ਮਾਈ ਸ੍ਰੇਸ਼ਟ ਹੈ ਹੀ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਆਓ ਬੀਇੰਗ ਬੈਸਟ ਆਫ ਦਾ ਬੈਸਟ ਇਨ ਦਾ ਸੋਸਾਇਟੀ ਬਣ ਕੇ ਦਿਖਾਉਣ ਦਾ ਚੈਲੰਜ ਐਕਸੈਪਟ ਕਰੀਏ, ਤੇ ਰਲ ਮਿਲ ਕੇ ਸੰਸਾਰ ਦੀਆਂ ਸਾਰੀਆਂ ਔਰਤਾਂ ਇੱਕ ਇਹੋ ਜਿਹੀ ਚੇਨ ਬਣਾਈਏ ਕਿ ਅਸੀਂ ਸੁਚੱਜੀਆਂ ਧੀਆਂ, ਭੈਣਾਂ, ਮਾਵਾਂ ਤੇ ਮੁੜ ਕੇ ਨਾਨੀਆਂ, ਦਾਦੀਆਂ ਬਣ ਕੇ ਸੱਜਰਾ ਸਮਾਜ ਸਿਰਜਦਿਆਂ ਸੱਸ ਦੇ ਸਿਰ ਤੋਂ ਵੀ ਇੱਕ ਕਲੰਕ ਲਾ ਦਈਏ ਕਿ ਸੱਸ ਤਾਂ ਅਸਲੀ ਮਾਂ ਹੁੰਦੀ ਹੈ। ਬਿਲਕੁਲ, ਵਿਮਨ ਆਰ ਦਾ ਬੈਸਟ, ਸ਼ੀ ਵਿਲ ਬੀ ਦਾ ਬੈਸਟੈਸਟ। ਬਸ ਲੋੜ ਹੈ, ਜ਼ਰੂਰਤ ਹੈ ਆਪਣੇ ਆਪ ਨੂੰ ਪਛਾਣਨ ਦੀ, ਆਪਣੇ ਅੰਦਰ ਦੇ ਕੌਨਫੀਡੈਂਸ ਨੂੰ, ਆਪਣੇ ਆਪ ਦੇ ਟੈਲੈਂਟ ਨੂੰ ਪਛਾਣਨ ਦੀ। ਔਰ ਸਭ ਤੋਂ ਜ਼ਿਆਦਾ ਮਾਵਾਂ ਨੂੰ, ਜਿਹੜੀ ਅੱਜ ਕੱਲ੍ਹ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਨੂੰ ਲੋਪ ਹੁੰਦੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਆਪਣੇ ਬੱਚਿਆਂ ਨੂੰ ਟਾਈਮ ਦੇਣ ਦੀ, ਉਹ ਸਮਾਂ ਦੇਣ ਦੀ, ਉਹ ਸਿੱਖਿਆਵਾਂ ਦੇਣ ਦੀ, ਜਿਸ ਦੇ ਨਾਲ ਇਹ ਸੰਸਾਰ, ਇਹ ਸੋਸਾਇਟੀ ਖੂਬਸੂਰਤ ਬਣ ਸਕੇ। ਅੱਜ ਵਰਕੇ ਦੇ ਇਸ ਖਾਸ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਸੀਗੇ ਬੀਬੀ ਹਰਜਿੰਦਰ ਕੌਰ ਜੀ। ਮੈਂ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਅਗਲੇ ਹਫਤੇ ਫਿਰ ਹੋਵਾਂਗੇ ਹਾਜ਼ਰ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਬਣੇ ਰਹੋ FI ਮੀਡੀਆ ਦੇ ਨਾਲ। ਸਤਿ ਸ਼੍ਰੀ ਅਕਾਲ।